Praise God. So today we are going to understand about how to effectively write sermons. ਅੱਜ ਆਪਾਂ ਸਾਰੇ ਗੱਲ ਕਰਾਂਗੇ ਇਹਦੇ ਬਾਰੇ ਕਿ ਆਪਾਂ ਜੋ ਉਪਦੇਸ਼ ਹੁੰਦਾ ਉਹਨੂੰ ਕਿਸ ਤਰੀਕੇ ਨਾਲ ਉਹਦਾ ਇੱਕ ਪ੍ਰਭਾਵਸ਼ਾਲੀ ਉਹਨੂੰ ਤਰੀਕੇ ਨਾਲ ਆਪਾਂ ਤਿਆਰ ਕਰ ਸਕਦੇ ਹਾਂ। I believe all of you preach and all of you teach. ਤੇ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਸਾਰੇ ਸਿਖਾਉਂਦੇ ਵੀ ਜੇ ਤੇ ਪ੍ਰਚਾਰ ਵੀ ਕਰਦੇ ਜੇ। And it is important for us to learn about what is an effective way of writing sermon and then preaching that sermon. ਇਹ ਆਪਣੇ ਸਾਰਿਆਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਜਾਣੀਏ, ਤੁਸੀਂ ਜਾਣੋ ਕਿ ਇੱਕ ਜੋ ਉਪਦੇਸ਼ ਹੈ ਉਹਨੂੰ ਪ੍ਰਚਾਰ ਕਿਵੇਂ ਕਰਨਾ ਹੈ ਤੇ ਉਹਨੂੰ ਲਿਖਣਾ ਕਿਵੇਂ ਹੈ। See, I'm sure that sometimes you have heard sermons and you have heard a lot of different preachers, and when somebody is preaching, you think, oh man, that is such a great preacher. He just know how to engage the congregation. ਤੇ ਮੈਂ ਜਾਣਦਾ ਕਿ ਤੁਸੀਂ ਬਹੁਤ ਸਾਰੇ ਪ੍ਰਚਾਰਕਾਂ ਦੇ ਪ੍ਰਚਾਰ ਸੁਣੇ ਹੋਣਗੇ ਤੇ ਉਹਨਾਂ ਦੇ ਤਰੀਕਿਆਂ ਦੇ ਨਾਲ ਤੁਸੀਂ ਪ੍ਰਭਾਵਿਤ ਹੋਏ ਹੋਵੋਗੇ ਕਿ ਕਿੰਨਾ ਵਧੀਆ ਤਰੀਕਾ, ਕਿੰਨਾ ਪ੍ਰਭਾਵਸ਼ਾਲੀ ਤਰੀਕੇ ਨਾਲ ਇਹ ਆਪਣੇ ਬੱਚਿਆਂ ਨੂੰ ਪ੍ਰਚਾਰ ਕਰਦਾ ਹੈ। Sometimes you see, for example, Pastor Johnny preaching, and you see like he's so dynamic, he's so passionate. ਤੇ ਕਈ ਵਾਰ ਤੁਸੀਂ ਦੇਖਿਆ ਹੈ ਕਿ ਪਾਸਟਰ ਜੌਨੀ ਨੂੰ ਪ੍ਰਚਾਰ ਕਰਦੇ ਟਾਈਮ ਕਿ ਜਦੋਂ ਪ੍ਰਚਾਰ ਕਰਦੇ ਤੇ ਉਹ ਬੜੇ ਇੱਕ ਜੋਸ਼ ਦੇ ਨਾਲ ਭਰੇ ਹੁੰਦੇ, ਬੜੇ ਜੋਸ਼ੀਲੇ ਹੋ ਕੇ ਕਰਦੇ। A lot of preachers have different personalities, and every personality is unique. ਤੇ ਹਰੇਕ ਜੋ ਪ੍ਰਚਾਰਕ ਹੈ ਉਹਨਾਂ ਦੇ ਜੋ ਇੱਕ ਉਹਨਾਂ ਦੇ ਵਿੱਚ ਇੱਕ ਯੂਨੀਕ ਉਹਨਾਂ ਦਾ ਤਰੀਕਾ ਹੈਗਾ, ਇੱਕ ਵੱਖਰਾ ਸਭ ਦਾ ਇੱਕ ਤਰੀਕਾ ਹੈ ਤੇ ਉਹ ਬਹੁਤ ਹੀ ਪ੍ਰਭਾਵਸ਼ਾਲੀ ਹੈ। But there is one thing that every good preacher has, and that is they know how to write a good sermon. ਪਰ ਇੱਕ ਹੋਰ ਵਧੀਆ ਚੀਜ਼ ਹੈ ਜੋ ਕਿ ਹਰ ਪ੍ਰਚਾਰਕ ਜਾਣਦਾ ਹੈ, ਉਹਦੇ ਕੋਲ ਹੈ, ਉਹ ਹੈ ਕਿ ਉਸ ਜੋ ਉਪਦੇਸ਼ ਹੈ, ਜੋ ਪ੍ਰਚਾਰ ਹੈ, ਉਹਨੂੰ ਇੱਕ ਸਹੀ ਢੰਗ ਦੇ ਨਾਲ ਉਹਨੂੰ ਲਿਖਣਾ, ਤਿਆਰ ਕਰਨਾ। So today we are going to concentrate more about how to write a very good sermon. ਅੱਜ ਆਪਾਂ ਇਸ ਦੇ ਉੱਤੇ ਜ਼ਿਆਦਾ ਧਿਆਨ ਦੇਵਾਂਗੇ ਤੇ ਉਹਦੇ ਬਾਰੇ ਸਿੱਖਾਂਗੇ ਕਿ ਇਸ ਉਪਦੇਸ਼ ਨੂੰ ਪ੍ਰਚਾਰ ਕਰਨ ਤੋਂ ਪਹਿਲਾਂ ਇਹਨੂੰ ਚੰਗੇ ਪ੍ਰਭਾਵਸ਼ਾਲੀ ਤਰੀਕੇ ਨਾਲ ਇਹਨੂੰ ਲਿਖਿਆ ਕਿਵੇਂ ਜਾਏ, ਬਿਲਡ ਕਿਵੇਂ ਕੀਤਾ ਜਾਏ। Because if we don't know how to write a good sermon, our preaching is going to be difficult. ਤੇ ਜੇ ਆਪਾਂ ਨੂੰ ਕਿਉਂਕਿ ਜੇ ਆਪਾਂ ਨੂੰ ਨਹੀਂ ਆਪਾਂ ਪ੍ਰਚਾਰ ਨੂੰ ਸਹੀ ਢੰਗ ਨਾਲ ਲਿਖਣਾ ਨਹੀਂ ਸਿੱਖਾਂਗੇ ਤੇ ਹੋ ਸਕਦਾ ਹੈ ਕਿ ਆਪਣੀ ਜੋ ਟੀਚਿੰਗ ਹੈ, ਜੋ ਉਪਦੇਸ਼ ਹੈ, ਉਹਦੇ ਤੇ ਕੁਝ ਪ੍ਰਭਾਵ ਪਵੇ। So a good sermon has a good beginning in writing. ਤੇ ਜਿਹੜਾ ਇੱਕ ਚੰਗਾ ਉਪਦੇਸ਼ ਹੁੰਦਾ ਹੈ ਉਹਦੀ ਇੱਕ ਸ਼ੁਰੂਆਤ 'ਚ ਵੀ ਇੱਕ ਬਹੁਤ ਉਹਦੀ ਚੰਗੀ ਪ੍ਰਭਾਵਸ਼ਾਲੀ ਸ਼ੁਰੂਆਤ ਹੁੰਦੀ ਹੈ। And when I say writing, I'm also referring to preparing the sermon. ਤੇ ਜਿਸ ਗੱਲ ਦਾ ਜਿਹਨੂੰ ਮੈਂ ਰੈਫਰ ਕਰ ਰਿਹਾ, ਜਿਹਦੇ ਵੱਲ ਮੈਂ ਧਿਆਨ ਲੈ ਕੇ ਜਾ ਰਿਹਾ ਕਿ ਉਹ ਇਹਦੇ ਵੱਲ ਹੈ ਕਿ ਉਹ ਤਿਆਰੀ ਕਿੱਦਾਂ ਜਾਏ ਉਹਨੂੰ ਲਿਖਣ ਦੀ। Okay. I want us to turn to a reference in the Bible, and it says in 2 Timothy chapter 3 verse 16. If Priyanka can read that for us, please. ਕੁਝ ਰੈਫਰੈਂਸਸ ਨੂੰ ਰੀਡ ਕਰੀਏ ਬਾਈਬਲ ਦੇ ਵਿੱਚੋਂ ਜਿੱਥੇ ਮੈਂ ਤੁਹਾਡਾ ਧਿਆਨ ਲੈ ਕੇ ਜਾਣਾ। ਤੇ ਪਹਿਲੀ ਰੈਫਰੈਂਸ ਹੈ 2 ਤਿਮੋਥੀਅਸ ਚੈਪਟਰ 3 ਉਹਦਾ 16 ਵਚਨ। 2 ਤਿਮੋਥੀਅਸ ਚੈਪਟਰ 3 ਉਹਦਾ 16 ਵਚਨ। Please read, sister. Yeah. संपूर्ण पवित्र शास्त्र परमेश्वर की प्रेरणा से रचा गया है और उपदेश और समझाने और सुधारने और धर्म की शिक्षा के लिए लाभदायक है। Amen. Praise. The Bible tells us that all scripture is God breathed and it has a specific purpose. बाइबल आपको ਦੱਸਦੀ ਹੈ ਕਿ ਜਿੰਨਾ ਵੀ ਕਲਾਮ ਹੈ, ਜੋ ਵਚਨ ਹੈ, ਉਹ ਪਰਮੇਸ਼ਰ ਦੇ ਇੱਕ ਸਾਧੇ ਦੁਆਰਾ ਲਿਖਿਆ ਗਿਆ ਹੈ ਤੇ ਉਹ ਆਪਾਂ ਨੂੰ ਉਪਦੇਸ਼ ਦੇਣ ਦੇ ਵਿੱਚ ਬਹੁਤ ਲਾਭਕਾਰੀ ਹੈ। And it has particular purposes, and some of those purposes are written in this very verse. ਤੇ ਉਹਦੇ ਬਹੁਤ ਸਾਰੇ ਪਰਪਸ ਹੈਗੇ, ਬਹੁਤ ਸਾਰੇ ਕਾਰਨ ਹੈ ਜਿਹਦੇ ਲਈ ਲਿਖਿਆ ਗਿਆ ਤੇ ਕੁਝ ਇੱਕ ਜੋ ਪਰਪਸ ਹੈਗੇ ਆ ਉਹ ਬੜੀ ਹੀ ਚੰਗੀ ਤਰੀਕੇ ਨਾਲ ਇੱਕ ਇਸ ਵਰਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ। So when we are preaching, we are not just speaking our own words. In other words, we are being inspired by God and we are bringing the word of God to people. ਤੇ ਅਸਲ 'ਚ ਜਦ ਆਪਾਂ ਦੇਖੀਏ ਕਿ ਜਦ ਆਪਾਂ ਪ੍ਰਚਾਰ ਕਰਦੇ ਹਾਂ ਤੇ ਉਹ ਵਾਸਤਵ 'ਚ ਇੱਕ ਪ੍ਰਚਾਰਕ ਦੇ ਸ਼ਬਦ ਨਹੀਂ ਹੈ,
पर ਉਹ ਪਰਮੇਸ਼ਰ ਦੇ ਸਾਹਾਂ ਦੇ ਦੁਆਰਾ ਜੋ ਸ਼ਬਦ ਦਿੱਤੇ ਗਏ ਹੈ ਉਹ ਬੋਲੇ ਜਾ ਰਹੇ ਇਸ ਪ੍ਰਚਾਰ 'ਚ। So, in the same way, just as the scripture has a purpose, our sermons are not just storytelling, they have a purpose. ਜਿੱਦਾਂ ਇੱਥੇ ਲਿਖਿਆ ਗਿਆ ਕਿ ਜੋ ਵਚਨ ਹੈ ਉਹਦਾ ਵੀ ਇੱਕ ਪਰਪਸ ਹੈ, ਉਹਦਾ ਵੀ ਇੱਕ ਮਕਸਦ ਹੈ, ਤੇ ਉਸੇ ਤਰ੍ਹਾਂ ਜੋ ਆਪਣੇ ਵਚਨ ਆਪਾਂ ਪ੍ਰਚਾਰ ਦੇ ਵਿੱਚ ਬੋਲਦੇ ਆ ਉਹਦਾ ਵੀ ਇੱਕ ਮਕਸਦ ਹੈ, ਉਹ ਸਿਰਫ ਆਪਣੇ ਸ਼ਬਦ ਹੀ ਨਹੀਂ ਹੈ। Amen. And when we understand that purpose, it helps us to build a good sermon. It helps us to prepare and write a good sermon. ਤੇ ਜਦੋਂ ਆਪਾਂ ਉਸ ਪਰਪਸ ਨੂੰ, ਉਸ ਕਾਰਨ ਨੂੰ ਚੰਗੀ ਤਰ੍ਹਾਂ ਸਮਝ ਜਾਂਦੇ ਆ ਕਿ ਉਹ ਕਾਹਦੇ ਲਈ ਬੋਲੇ ਜਾ ਰਹੇ ਆ, ਤੇ ਇਹ ਆਪਾਂ ਨੂੰ ਬਹੁਤ ਮਦਦ ਕਰਦਾ ਹੈ ਕਿ ਆਪਾਂ ਇੱਕ ਚੰਗਾ ਪ੍ਰਭਾਵਸ਼ਾਲੀ ਉਪਦੇਸ਼ ਬਣਾ ਸਕੀਏ। So in this scripture, we see particular things about why the word of God is and what it is and what is the purpose of it. So you can see probably on my screen as well. The scripture is coming up in English as well. ਤੇ ਆਪਾਂ ਇੱਥੇ ਦੇਖ ਸਕਦੇ ਆ ਕਿ ਇਸ ਵਚਨ ਦੇ ਵਿੱਚ ਕੀ ਲਿਖਿਆ ਗਿਆ ਹੈ ਕਿ ਜੋ ਪਰਮੇਸ਼ਰ ਦਾ ਜੋ ਵਚਨ ਹੈ ਉਹ ਕਿਸ ਚੀਜ਼ ਦੇ ਲਈ ਲਾਭਕਾਰੀ ਹੈ। So first purpose of your preaching, in other words, is it is for teaching. ਤੇ ਪਹਿਲਾ ਇੱਥੇ ਲਿਖਿਆ ਗਿਆ ਹੈ ਕਿ ਉਹ ਕਾਹਦੇ ਲਈ ਲਾਭਕਾਰੀ ਹੈ, ਉਹਦਾ ਮਕਸਦ ਕੀ ਹੈ ਕਿ ਆਪਾਂ ਨੂੰ ਸਿਖਾਉਣ ਦੇ ਲਈ ਉਹ ਲਾਭਕਾਰੀ ਹੈ। Amen. Preaching is not just used to take something off our hearts. ਤੇ ਪ੍ਰਚਾਰ ਸਿਰਫ ਕੋਈ ਨਹੀਂ ਹੈ ਕਿ ਜੋ ਕੁਝ ਆਪਣੇ ਦਿਲ ਦੇ ਵਿੱਚ ਹੈ ਤੇ ਉਹਨੂੰ ਬਾਹਰ ਕੱਢ ਦੇਣਾ। You know, sometimes we are perhaps angry with somebody else in the church and we have noticed some things about their life. It is not a chance for us to take those things out of our heart and mind. ਤੇ ਇਹਨੂੰ ਪ੍ਰਚਾਰ ਇੱਕ ਉਹ ਚਾਂਸ ਨਹੀਂ ਆਪਣੇ ਲਈ ਕਿ ਜਿੱਥੇ ਆਪਾਂ ਆਪਣੇ ਜੋ ਦਿਲ ਦੀ ਗੱਲਾਂ ਨੇ ਜਾਂ ਫਿਰ ਜੋ ਆਪਣੇ ਅੰਦਰ ਹੈ ਜਾਂ ਫਿਰ ਜੋ ਕਲੀਸਿਆ ਦੇ ਵਿੱਚ ਜੋ ਲੋਕੀ ਨੇ ਉਹ ਨਾਲ ਰਹਿ ਕੇ ਜੋ ਕੁਝ ਵੀ ਆਪਾਂ ਉਹਨੂੰ ਬਾਹਰ ਪ੍ਰਚਾਰ ਕਰ ਸਕੀਏ। ਪ੍ਰਚਾਰ ਉਹਦੇ ਲਈ ਨਹੀਂ ਹੈ। Main purpose of the preaching is that we are teaching people. We are teaching them about the word of God, about who God is. ਪਰ ਜੋ ਆਪਾਂ ਪ੍ਰਚਾਰ ਕਰਦੇ ਆ ਉਹਦਾ ਪਰਪਸ ਕੀ ਹੈ, ਮੇਨ ਮਕਸਦ ਉਹਦਾ ਕੀ ਹੈ ਕਿ ਪਰਮੇਸ਼ਰ ਦੇ ਵਚਨ, ਉਹਦਾ ਕਲਾਮ ਉਹਨੂੰ ਲੋਕਾਂ ਤੱਕ ਪਹੁੰਚਾਇਆ ਜਾਏ। So the first thing we need to understand in our mind is when I am building a sermon, I need to question what am I teaching the congregation? ਤੇ ਪਹਿਲੀ ਚੀਜ਼ ਜੋ ਆਪਾਂ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਣੀ ਹੈ ਇੱਕ ਪ੍ਰਚਾਰ ਨੂੰ ਬਣਾਉਣ ਤੋਂ ਪਹਿਲਾਂ, ਲਿਖਣ ਤੋਂ ਪਹਿਲਾਂ, ਉਹ ਕਿ ਇਹ ਜੋ ਮੈਂ ਕਰਨ ਜਾ ਰਿਹਾ, ਜੋ ਪ੍ਰਚਾਰ ਮੈਂ ਕਰਨ ਜਾ ਰਿਹਾ ਉਹਦਾ ਮਕਸਦ ਕੀ ਹੈ ਤੇ ਉਹ ਲੋਕਾਂ ਨੂੰ ਕਾਹਦੇ ਲਈ ਦਿੱਤਾ ਜਾ ਰਿਹਾ ਹੈ। You see, we are talking about a lot of different members in a congregation, and all those members are on different stages in their journey with Christ. ਤੇ ਆਪਾਂ ਦੇਖ ਸਕਦੇ ਹਾਂ ਕਿ ਪ੍ਰਚਾਰ ਦੇ ਸਮੇਂ ਜੋ ਸੁਣਨ ਵਾਲੇ ਹੈ, ਜੋ ਕਲੀਸਿਆ ਦੇ ਸੁਣਨ ਵਾਲੇ ਹੈ, ਉਹ ਬਹੁਤ ਹੀ ਡਿਫਰੈਂਟ ਹੈ ਇੱਕ ਦੂਸਰੇ ਤੋਂ, ਤੇ ਉਹਨਾਂ ਦਾ ਜੋ ਲੈਵਲ ਹੈ, ਜੋ ਸਮਝਣ ਦਾ, ਜੋ ਅੰਡਰਸਟੈਂਡਿੰਗ ਦਾ ਲੈਵਲ ਹੈ, ਉਹ ਵੀ ਸਾਰਿਆਂ ਦਾ ਵੱਖਰਾ ਵੱਖਰਾ ਹੈ। See, a good sermon is so challenging that it challenges the person who is on a perhaps level 1, and it challenges the person who is perhaps on level 10, you know. ਇੱਕ ਚੰਗਾ ਉਪਦੇਸ਼ ਉਹਨੂੰ ਹੀ ਕਰਾਰ ਕੀਤਾ ਜਾਂਦਾ ਹੈ, ਇੱਕ ਚੰਗਾ ਪ੍ਰਚਾਰ ਉਹਨੂੰ ਸਮਝਿਆ ਜਾਂਦਾ ਹੈ ਜਿਹੜਾ ਕਿ ਇੱਕ ਨੀਚੇ ਵਾਲੇ ਲੈਵਲ ਤੇ ਜੇ ਕੋਈ ਹੈ ਜਾਂ ਫਿਰ ਕੋਈ ਉੱਪਰ ਵਾਲੇ ਲੈਵਲ ਤੇ ਹੈ, ਤੇ ਉਹਨਾਂ ਦੋਨਾਂ ਨੂੰ ਸਮਝ ਆ ਸਕੇ, ਉਹਨਾਂ ਨੂੰ ਇਫੈਕਟ ਕਰ ਸਕੇ। See, I don't want to just preach a sermon. I don't just want to write a sermon that is going to only talk to certain people, or that is only going to be for mature congregation, or perhaps the sermon is only going to be for people who are new in Christ. I want to preach a sermon that is going to affect everybody. मैं ऐसा प्रचार नहीं प्रचार करना चाहता, ऐसा उपदेश नहीं प्रचार करना चाहता जेड़ा कि सिर्फ कुछ एक लोगों ਨੂੰ ਪ੍ਰਭਾਵ ਕਰੇ ਜਾਂ ਫਿਰ ਕੁਝ ਜੋ ਬਜ਼ੁਰਗ ਨੇ ਜੋ ਸਮਝ ਦੇ ਵਿੱਚ ਸਿਰਫ ਉਹਨਾਂ ਦੇ ਉੱਪਰ ਪ੍ਰਭਾਵ ਪਾਏ, ਪਰ ਮੈਂ ਐਸਾ ਪ੍ਰਚਾਰ ਕਰਨਾ ਚਾਹਣਾ, ਐਸਾ ਉਪਦੇਸ਼ ਬਣਾਉਣਾ ਚਾਹਣਾ ਜੋ ਕਲੀਸਿਆ ਦੇ ਵਿੱਚ ਹਰ ਇੱਕ ਨੂੰ ਇਫੈਕਟ ਕਰੇ, ਚਾਹੇ ਉਹ ਨਵਾਂ ਬਿਲੀਵਰ ਹੈ। Amen. But a lot of the time, a lot of people who come to church sometimes for the first time, they walk out and they don't come back. ਪਰ ਜ਼ਿਆਦਾਤਰ ਕੀ ਹੁੰਦਾ ਹੈ, ਜ਼ਿਆਦਾ ਲੋਕੀ ਜੋ ਕਿ ਪਹਿਲੀ ਵਾਰ ਚਰਚ ਦੇ ਵਿੱਚ ਆਉਂਦੇ ਆ, ਜਦੋਂ ਸਰਮਨ ਸੁਣਦੇ ਆ ਤੇ ਕਈ ਵਾਰ ਹੁੰਦਾ ਕਿ ਉਹ ਵਾਪਸ ਨਹੀਂ ਆਉਂਦੇ ਫਿਰ। Because sometimes the sermon is so complicated that it is only going to speak to mature believers. ਕਿਉਂਕਿ ਕਈ ਵਾਰੀ ਜੋ ਉਪਦੇਸ਼ ਹੈ ਉਹ ਇਸ ਤਰੀਕੇ ਨਾਲ ਇੰਨੀ ਗਹਿਰਾਈ ਦੀ ਗੱਲਾਂ ਦੇ ਨਾਲ ਭਰਿਆ ਹੁੰਦਾ ਤੇ ਇੰਨਾ ਕੰਪਲਿਕੇਟ ਕਰ ਦਿੱਤਾ ਜਾਂਦਾ ਕਿ ਸਿਰਫ ਉਹਨਾਂ ਲੋਕਾਂ ਨੂੰ ਸਮਝ ਆਉਂਦਾ ਜਿਹੜੀ ਬਾਈਬਲ ਦੀ ਸਮਝ ਰੱਖਦੇ ਆ। For example, let me give you an example. ਤੇ
ਤੇ ਮੈਨੂੰ ਇੱਕ ਉਦਾਹਰਣ ਦੇਣਾ ਮੈਂ ਤੁਹਾਨੂੰ। Let's say, for example, that if you are going to be, if you've never studied chemistry in your life and you're suddenly taken from school and put into a university and you are expected to learn about chemistry, you're not going to understand much. ਇੱਕ ਉਦਾਹਰਣ ਦਿੰਦੇ ਆ ਕਿ ਮੰਨ ਲਓ ਕਿ ਤੁਸੀਂ ਬਚਪਨ ਤੋਂ ਸਕੂਲ ਟਾਈਮ ਤੋਂ ਤੁਸੀਂ ਕਦੇ ਕੈਮਿਸਟਰੀ ਦਾ ਸਬਜੈਕਟ ਨਹੀਂ ਪੜ੍ਹਿਆ ਤੇ ਇੱਕਦਮ ਤੋਂ ਤੁਹਾਨੂੰ ਯੂਨੀਵਰਸਿਟੀ ਲੈਵਲ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਉਸ ਚੀਜ਼ ਨੂੰ ਪੜ੍ਹਨ ਦੇ ਲਈ ਤੇ ਤੁਸੀਂ ਜਾਇ ਜੇ ਕਿ ਤੁਸੀਂ ਬਿਲਕੁਲ ਵੀ ਨਹੀਂ ਸਮਝ ਸਕੋਗੇ। For example, a lot of people don't understand about computer technologies. ਕਿ ਉਦਾਹਰਣ ਤੇ ਆਪਾਂ ਦੇਖਦੇ ਹਾਂ ਕਿ ਕਈਆਂ ਨੂੰ ਕੰਪਿਊਟਰ ਦਾ ਗਿਆਨ ਨਹੀਂ ਹੁੰਦਾ। They are not very technical. ਤੇ ਉਹ ਜ਼ਿਆਦਾ ਟੈਕਨੋਲੋਜੀਜ਼ ਦੀ ਨੌਲੇਜ ਨਹੀਂ ਰੱਖਦੇ। It doesn't mean that they are silly. ਤੇ ਇਹਦਾ ਮਤਲਬ ਉਹ ਨਹੀਂ ਹੈ ਕਿ ਉਹ ਸਮਝ ਨਹੀਂ ਰੱਖਦੇ ਤੇ ਮੂਰਖ ਹੈ। But it means that they've never studied those things. ਪਰ ਇਹਦਾ ਸਿਰਫ ਇੰਨਾ ਕੋ ਮਤਲਬ ਹੈ ਕਿ ਉਹਨਾਂ ਨੇ ਉਹ ਚੀਜ਼ਾਂ ਕਦੇ ਧਿਆਨ ਨਾਲ ਪੜ੍ਹੀਆਂ ਨਹੀਂ ਕਦੇ। Now bear with me, listen to me, this is an important example. This is the same thing with some non-believers. When they are coming to church for the very first time, if they heard about the blood of Jesus and the glory of God, they've never heard about these things before. ਪਰ ਧਿਆਨ ਦਿਓ ਤੇ ਧਿਆਨ ਨਾਲ ਸੁਣੋ ਜੋ ਮੈਂ ਇਹ ਉਦਾਹਰਣ ਦੇ ਰਿਹਾ ਕਿ ਮੰਨ ਲਓ ਕਿ ਕੋਈ ਨਵਾਂ ਬਿਲੀਵਰ ਹੈ ਉਹ ਪਹਿਲੀ ਵਾਰ ਚਰਚ 'ਚ ਆਇਆ ਤੇ ਉਹਨੇ ਪ੍ਰਚਾਰ ਦੇ ਵਿੱਚ ਸੁਣਿਆ ਕਿ ਐਸੀ ਗੱਲਾਂ ਕਿ ਯਿਸੂ ਦਾ ਲਹੂ ਤੇ ਪਰਮੇਸ਼ਰ ਦੀ ਮਹਿਮਾ ਉਤਰ ਰਹੀ ਹੈ ਕੁਝ ਐਸੀ ਚੀਜ਼ਾਂ ਸੁਣੀਆਂ ਤੇ ਜਾਇ ਜੋ ਸਮਝਿਆ ਨਹੀਂ ਕਿਉਂਕਿ ਉਹਨੂੰ ਇਹਨਾਂ ਗੱਲਾਂ ਦੀ ਬਿਲਕੁਲ ਵੀ ਸਮਝ ਨਹੀਂ ਹੈ। Because he's never ever been in a church before, and as a preacher it is your job to effectively preach a sermon that will minister to somebody who is new and it will minister to somebody who is very mature in Christ. ਤਾਂ ਕਰਕੇ ਇੱਕ ਪ੍ਰਚਾਰਕ ਹੋਣ ਦੇ ਨਾਤੇ ਇਹ ਤੁਹਾਡੀ ਡਿਊਟੀ ਹੈ ਕਿ ਤੁਹਾਡਾ ਉਪਦੇਸ਼ ਐਸਾ ਹੋਏ ਕਿ ਜੋ ਸਿੱਖ ਨਵੇਂ ਬਿਲੀਵਰ ਨੂੰ ਜਿਹਨੂੰ ਬਿਲਕੁਲ ਵੀ ਸਮਝ ਨਹੀਂ ਹੈ ਉਹਨੂੰ ਵੀ ਪ੍ਰਭਾਵ ਪਾਵੇ ਤੇ ਜਿਹੜੇ ਮੈਚੁਰ ਹੈਗੇ ਆ ਕ੍ਰਿਸਚੀਅਨ ਉਹਨਾਂ ਦੇ ਉੱਪਰ ਵੀ ਪ੍ਰਭਾਵ ਪਾਏ। See, a good teacher is able to teach everyone. ਤੇ ਦੇਖੋ ਕਿ ਇੱਕ ਜੋ ਚੰਗਾ ਸਮਝਾਉਣ ਵਾਲਾ ਹੁੰਦਾ ਟੀਚਰ ਹੁੰਦਾ ਗੁਰੂ ਹੁੰਦਾ ਉਹ ਐਸਾ ਹੁੰਦਾ ਜੋ ਸਭ ਨੂੰ ਸਮਝਾ ਸਕੇ। See, Jesus used examples when he was teaching, when he was preaching, he was used to use examples of that time. ਤੇ ਆਪਾਂ ਦੇਖਦੇ ਹਾਂ ਕਿ ਜਦੋਂ ਯਿਸੂ ਮਸੀਹ ਆਪਣੇ ਟਾਈਮ ਦੇ ਵਿੱਚ ਲੋਕਾਂ ਨੂੰ ਸਿਖਾਉਂਦੇ ਸੀ ਪ੍ਰਚਾਰ ਕਰਦੇ ਸੀ ਸਮਝਾਉਂਦੇ ਸੀ ਤੇ ਉਹ ਉਸ ਟਾਈਮ ਦੇ ਉਸ ਮਾਹੌਲ ਦੇ ਵਿੱਚ ਉਦਾਹਰਣ ਦਿੰਦੇ ਸੀਗੇ। He will take examples of the farmers, he will take examples of the weather, he will take examples of landowners, different things. ਤੇ ਉਹ ਅੱਡ ਚੀਜ਼ਾਂ ਦੇ ਉਦਾਹਰਣ ਲੈਂਦੇ ਸੀ ਜਿੱਦਾਂ ਕਿ ਲੈਂਡ ਦਾ ਤੇ ਜਿੱਦਾਂ ਕਿ ਫਾਰਮਰਸ ਦਾ ਜੋ ਕਿਸਾਨ ਹੈਗੇ ਆ ਜਾਂ ਫਿਰ ਐਸੀ ਚੀਜ਼ਾਂ ਦਾ ਜੋ ਆਪਾਂ ਜਾਣਦੇ ਆ। You know, he talked about a parable in which he said a seed sower went out to sow seed. ਤੇ ਆਪਾਂ ਇੱਕ ਦੇਖਦੇ ਆ ਕਿ ਇੱਕ ਜਿੱਥੇ ਲਿਖਿਆ ਹੋਇਆ ਉਹਦੇ ਵਿੱਚ ਲਿਖਿਆ ਕਿ ਇੱਕ ਬੀਜ ਬੋਣ ਵਾਲਾ ਬੀਜ ਬੋਣ ਦੇ ਲਈ ਨਿਕਲਿਆ। And then he talks about the kingdom of God. Similarly, when we are preaching, when we are teaching, our sermon, our teaching needs to be on a level that it affects people. ਤੇ ਐਸੇ ਤਰ੍ਹਾਂ ਆਪਾਂ ਨੂੰ ਵੀ ਇਹ ਸਿੱਖਣਾ ਹੈ ਕਿ ਜਦ ਆਪਾਂ ਪ੍ਰਚਾਰ ਕਰੀਏ ਜਦੋਂ ਆਪਾਂ ਉਪਦੇਸ਼ ਦੀ ਤਿਆਰੀ ਕਰੀਏ ਤੇ ਪ੍ਰਚਾਰ ਕਰੀਏ ਉਹਦਾ ਲੈਵਲ ਇੰਨਾ ਹੋਏ ਕਿ ਹਰ ਇੱਕ ਜਿਸ ਲੈਵਲ ਤੇ ਜੋ ਸੁਣਨ ਵਾਲਾ ਹੈ ਉਹਨੂੰ ਸਮਝਾ ਸਕੇ ਉਹਨੂੰ ਸਮਝ ਆ ਸਕੇ। Otherwise, people will not learn. ਨਹੀਂ ਤੇ ਫਿਰ ਜੋ ਲੋਕੀ ਹੈ ਉਹ ਨਹੀਂ ਸਮਝਣਗੇ। Otherwise, this very purpose which is written in 2 Timothy chapter 3 verse 16 that the word of God is God-breathed and it is useful for teaching, it's not going to happen because we are not being effective teachers. ਨਹੀਂ ਤਾਂ ਫਿਰ ਕੀ ਹੋਏਗਾ ਜੋ ਵਚਨ 2 ਤਿਮੋਥੀਅਸ 3:16 ਦੇ ਵਿੱਚ ਆਪਾਂ ਪੜ੍ਹਿਆ ਕਿ ਜੋ ਪਰਮੇਸ਼ਰ ਦਾ ਵਚਨ ਹੈ ਜੋ ਉਹਦੀ ਪ੍ਰੇਰਣਾ ਦੇ ਦੁਆਰਾ ਰਚਿਆ ਗਿਆ ਤੇ ਉਪਦੇਸ਼ ਦੇ ਵਿੱਚ ਸਮਝਾਉਣ ਦੇ ਵਿੱਚ ਬਹੁਤ ਲਾਭਕਾਰੀ ਹੈ ਉਹ ਪੂਰਾ ਨਹੀਂ ਹੋਏਗਾ ਉਹ ਵਚਨ। Next thing that it says that it is good for rebuking. ਇਹ ਅਗਲੀ ਚੀਜ਼ ਵਚਨ ਦੇ ਵਿੱਚ ਕੀ ਲਿਖੀ ਹੈ ਕਿ ਜੋ ਪਰਮੇਸ਼ਰ ਦਾ ਵਚਨ ਹੈ ਉਹ ਸਮਝਾਉਣ ਦੇ ਵਿੱਚ ਡਾਂਟ ਲਗਾਉਣ ਦੇ ਵਿੱਚ ਵੀ ਬੜਾ ਲਾਭਕਾਰੀ ਹੈ। To bring correction into people's life. ਤੇ ਉਹਨਾਂ ਦੇ ਵਿੱਚ ਸੁਧਾਰ ਲੈ ਕੇ ਆਉਣ ਲਈ ਵੀ। You see, a job of a preacher is firstly to teach the congregation, secondly is to bring rebuke and correction. ਤੇ ਆਪਾਂ ਦੇਖਦੇ ਹਾਂ ਕਿ ਜੋ ਪ੍ਰਚਾਰਕ ਹੁੰਦਾ ਉਹਦੀ ਕੀ ਡਿਊਟੀ ਹੈ ਕਿ ਇੱਕ ਤਾਂ ਉਹਨੂੰ ਟੀਚ ਕਰਨਾ ਕਿ ਉਹਨੂੰ ਸਿਖਾਉਣਾ ਹੈ ਦੂਸਰਿਆਂ ਨੂੰ, ਦੂਸਰਾ ਕਿ ਉਹਨਾਂ ਨੂੰ ਕਰੈਕਟ ਵੀ ਕਰਨਾ ਜਿੱਥੇ ਉਹ ਗਲਤ ਉਹਨਾਂ ਨੂੰ ਸਹੀ ਵੀ ਕਰਨਾ ਉਹਨਾਂ ਨੂੰ ਸਮਝਾਉਣਾ ਵੀ ਹੈ।
But you see, this point of rebuking and correcting has to be done in love. ਪਰ ਜੇ ਆਪਾਂ ਦੇਖ ਸਕਦੇ ਹਾਂ ਪਰ ਜੋ ਇਹ ਚੀਜ਼ਾਂ ਜੋ ਵਚਨ ਦੇ ਵਿੱਚ ਲਿਖਿਆ ਕਿ ਉਹਨਾਂ ਨੂੰ ਸਮਝਾਉਣਾ, ਉਹਨਾਂ ਨੂੰ ਸਹੀ ਕਰਨਾ ਉਹਨਾਂ ਦੀ ਗਲਤੀ ਤੇ ਉਹਨਾਂ ਨੂੰ ਡਾਂਟ ਵੀ ਲਗਾਉਣਾ, ਪਰ ਇਹ ਪਿਆਰ ਦੇ ਵਿੱਚ, ਇਹ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਹਿ ਕੇ ਹੋਣਾ ਚਾਹੀਦਾ। It's not about me telling people of, no, you are a sinner, you cannot do this. It's about the word of God. When I'm talking about the word of God, let the word of God bring conviction into people's life. Show them the scriptures. ਇਹ ਮੇਰੀ ਤਰਫ ਤੋਂ ਨਾ ਹੋਏ ਕਿ ਮੈਂ ਲੋਕਾਂ ਨੂੰ ਡਾਂਟ ਲਗਾ ਕੇ ਕਹਾਂ ਕਿ ਏਦਾਂ ਨਹੀਂ ਕਰਨਾ, ਐਸੇ ਨਹੀਂ ਕਰਨਾ, ਪਰ ਇਹ ਪਰਮੇਸ਼ਰ ਦੇ ਵਚਨ ਦੇ ਵਿੱਚ ਰਹਿ ਕੇ, ਉਹਦੇ ਪ੍ਰੇਮ ਦੇ ਵਿੱਚ ਰਹਿ ਕੇ ਹੋਏ ਤੇ ਪਰਮੇਸ਼ਰ ਦਾ ਵਚਨ ਆਪ ਹੀ ਉਹਨਾਂ ਨੂੰ ਕਨਵਿਕਟ ਕਰ ਸਕੇ, ਉਹਨਾਂ ਦੇ ਕੌਂਸ਼ੀਅਸ ਨੂੰ ਹਿਲਾ ਸਕੇ ਉਸ ਚੀਜ਼ ਦੇ ਲਈ। Again, when you are writing the sermon, when you are preparing those thoughts in your mind, you need to see, okay, this is my sermon, that's what I've written. Is this sermon going to bring rebuke? Is this sermon going to bring correction into people's life? ਜਦ ਵੀ ਤੁਸੀਂ ਆਪਣੇ ਉਪਦੇਸ਼ ਦੀ ਉਹਨੂੰ ਪਹਿਲਾਂ ਲਿਖ ਕੇ ਉਹਦੀ ਤਿਆਰੀ ਕਰਦੇ ਹੋ, ਤੇ ਜਦੋਂ ਤੁਸੀਂ ਪੜ੍ਹਦੇ ਹੋ ਤੇ ਪਹਿਲਾਂ ਦੇਖੋ ਤੇ ਉਦੋਂ ਦੇਖੋ ਕਿ ਕੀ ਜੋ ਉਪਦੇਸ਼ ਤੁਸੀਂ ਦੇਣ ਜਾ ਰਹੇ ਹੋ, ਕਿਉਂ, ਕਿਸ ਤਰੀਕੇ ਦਾ ਹੈ, ਕਿ ਇਹ ਉਸ ਲੋਕਾਂ ਨੂੰ ਇੱਕ ਕੁਝ ਸਿਖਾਉਣ ਦੇ ਲਈ ਹੈ ਜਾਂ ਫਿਰ ਉਹਨਾਂ ਨੂੰ ਕਰੈਕਟ ਕਰਨ ਦੇ ਲਈ ਹੈ, ਉਹਨਾਂ ਨੂੰ ਇੱਕ ਡਾਂਟ ਲਗਾ, ਇੱਕ ਆਤਮਿਕ ਡਾਂਟ ਦੇ ਲਈ ਹੈ। And then lastly we see that it is the word of God is used for training in righteousness. ਫਿਰ ਅੰਤ ਦੇ ਵਿੱਚ ਆਪਾਂ ਦੇਖਦੇ ਹਾਂ ਅੱਗੇ ਤੇ ਉੱਥੇ ਲਿਖਿਆ ਇਹ ਪਰਮੇਸ਼ਰ ਦਾ ਜੋ ਵਚਨ ਹੈ ਉਹ ਤਰਫ ਦੀ ਸਿੱਖਿਆ ਦੇ ਲਈ ਵੀ ਲਾਭਕਾਰੀ ਹੈ। To encourage people, to tell them the way they should go, to bless them, to release them into the kingdom work. ਤੇ ਉਹਨਾਂ ਨੂੰ ਬੜਾਵਾ ਦੇਣ ਲਈ, ਉਹਨਾਂ ਨੂੰ ਐਨਕਰੇਜ ਕਰਨ ਦੇ ਲਈ, ਪ੍ਰੋਤਸਾਹਨ ਦੇਣ ਦੇ ਲਈ, ਤਾਂ ਕਿ ਉਹ ਪਰਮੇਸ਼ਰ ਦੇ ਵਿੱਚ ਹੋਰ ਅੱਗੇ ਵਧ ਸਕਣ। In fact, the verse 17 talks about it. Sister, if you can read verse 17, which says, so that the servant of God may be thoroughly equipped for every good work. ਤੇ 17 वचन ਦੇ ਵਿੱਚ ਅੱਗੇ ਲਿਖਿਆ ताकि परमेश्वर का जन सिद्ध बने और हर एक भले काम के लिए तत्पर हो जाए। Amen. So the word of God firstly is there, the scripture is there to bring teaching, to bring rebuke and correction, and then to train people in righteousness, to encourage them to go the way of the Lord. And that is the same purpose that you have with your preachings and teachings in the church. ਇੱਥੇ ਜੋ ਪਰਮੇਸ਼ਰ ਦਾ ਵਚਨ ਹੈ ਉਹਦਾ ਕੀ ਮਕਸਦ ਹੈ, ਪਹਿਲਾ ਕੀ ਮਕਸਦ ਲਿਖਿਆ ਕਿ ਸਿਖਾਉਣ ਦੇ ਲਈ, ਸਮਝਾਉਣ ਦੇ ਲਈ, ਲੋਕਾਂ ਨੂੰ ਕਰੈਕਟ ਕਰਨ ਦੇ ਲਈ, ਡਾਂਟ ਲਗਾਉਣ ਦੇ ਲਈ ਤੇ ਉਹਨਾਂ ਨੂੰ ਸੁਧਾਰਨ ਦੇ ਲਈ ਲਾਭਕਾਰੀ ਹੈ। ਤੇ ਫਿਰ ਅੱਗੇ ਲਿਖਿਆ ਹੈ ਤਾਂ ਕਿ ਉਹਦਾ ਪਰਪਸ ਕੀ ਹੈ ਇਸ ਵਚਨ ਦਾ, ਕਿ ਆਪਾਂ ਨੂੰ ਟ੍ਰੇਨ ਕੀਤਾ ਜਾ ਸਕੇ, ਜੋ ਪਰਮੇਸ਼ਰ ਦਾ ਦਾਸ ਹੈ ਉਹ ਹਰ ਭਲੇ ਕੰਮਾਂ ਦੇ ਲਈ ਉਹ ਟ੍ਰੇਨ ਹੋ ਜਾਏ। ਤੇ ਜਦ ਤੁਸੀਂ ਉਪਦੇਸ਼ ਤਿਆਰ ਕਰਦੇ ਹੋ ਤੇ ਉਹਦੇ ਵਿੱਚ ਵੀ ਤੁਹਾਡਾ ਇਹ ਵਚਨ ਪੂਰਾ ਹੋਏ ਤੇ ਉਹ ਲੋਕਾਂ ਨੂੰ ਸਮਝਾ ਸਕੇ ਤੇ ਅੰਤ ਦੇ ਵਿੱਚ ਉਹਨਾਂ ਨੂੰ ਇੱਕ ਟ੍ਰੇਨ ਵੀ ਕਰ ਸਕੇ ਉਹਨਾਂ ਪਰਮੇਸ਼ਰ ਦੇ ਵਿੱਚ। So this is a little bit of a background in terms of understanding what is the purpose of a preaching, what is the purpose of a sermon, and when we understand this purpose, we can then effectively write a good sermon to preach on Sundays or whenever it is needed. ਤੇ ਆਪਾਂ ਦੇਖੀਏ ਕਿ ਇਹਦੇ ਪਿੱਛੇ ਮੇਨ ਚੀਜ਼ ਕੀ ਹੈ ਕਿ ਆਪਾਂ ਇਹਨਾਂ ਸੈਰਮਨਸ ਨੂੰ, ਇਹਨਾਂ ਜੋ ਉਪਦੇਸ਼ ਨੂੰ ਜੋ ਪ੍ਰਚਾਰ ਦੇ ਲਈ ਤਿਆਰ ਕੀਤੇ ਜਾਂਦੇ ਉਹਨੂੰ ਆਪਾਂ ਤਿਆਰ ਕਿਵੇਂ ਕਰੀਏ, ਉਹਨਾਂ ਨੂੰ ਬਣਾਈਏ ਕਿੱਦਾਂ ਤਾਂ ਕਿ ਜਦ ਵੀ ਉਹਨੂੰ ਪ੍ਰਚਾਰ ਕਰਨ ਦਾ ਸਮੇਂ ਆਏ, ਸੰਡੇ ਜਾਂ ਫਿਰ ਕੋਈ ਵੀ ਦਿਨ, ਤੇ ਤੁਸੀਂ ਉਹਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਉਹਨੂੰ ਪ੍ਰਚਾਰ ਕਰ ਸਕੋ। Amen. Now, the next thing I want to say is this. Writing a sermon is an art which should be thoroughly enjoyed. ਤੇ ਮੈਂ ਹੁਣ ਅੱਗੇ ਜਾਣ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਜੋ ਉਪਦੇਸ਼ ਨੂੰ ਲਿਖਣਾ ਇੱਕ ਆਪਣੇ ਆਪ 'ਚ ਇੱਕ ਕਲਾ ਹੈ ਜਿਹੜੀ ਕਿ ਇੱਕ ਬੜੇ ਹੀ ਚੰਗੇ ਤਰੀਕੇ ਨਾਲ ਆਪਾਂ ਲਿਖ ਸਕਦੇ ਹਾਂ। It should take us into a realm where our pens become instruments of divine inspiration. ਤੇ ਇਹ ਐਸਾ ਹੋਏ ਕਿ ਇਹ ਆਪਾਂ ਨੂੰ ਇੱਕ ਐਸੀ ਕਲਾ ਜੋ ਕਿ ਆਪਾਂ ਨੂੰ ਆਪਣੇ ਪੈਨ ਦੇ ਦੁਆਰਾ, ਜਿਹਦੇ ਦੁਆਰਾ ਆਪਾਂ ਲਿਖਦੇ ਹਾਂ, ਉਹਦੇ ਦੁਆਰਾ ਆਪਾਂ ਨੂੰ ਇੱਕ ਐਸੀ ਚੀਜ਼ ਦੇ ਵਿੱਚ, ਇੱਕ ਐਸੇ ਰਿਲਮ ਦੇ ਵਿੱਚ, ਇੱਕ ਏਰੀਆ ਦੇ ਵਿੱਚ ਲੈ ਕੇ ਜਾ ਸਕੇ ਜਿੱਥੇ ਕਿ ਆਪਾਂ ਇਫੈਕਟ ਕਰ ਸਕੀਏ। You see, the Bible is written by people. ਆਪਾਂ ਦੇਖਦੇ ਕਿ ਜੋ ਬਾਈਬਲ ਹੈ ਉਹ ਲੋਕਾਂ ਦੇ ਦੁਆਰਾ ਲਿਖੀ ਗਈ ਹੈ, ਉਹਨਾਂ ਦੇ ਹੱਥਾਂ ਦੇ ਦੁਆਰਾ। God did not write the Bible. ਪਰਮੇਸ਼ਰ ਨੇ ਆਪਣੇ ਹੱਥ ਦੇ ਨਾਲ ਬਾਈਬਲ ਨਹੀਂ ਲਿਖੀ।
but he inspired people to write the Bible. ਪਰ ਪਰਮੇਸ਼ਰ ਨੇ ਉਹਨਾਂ ਨੂੰ ਅੰਦਰੋਂ ਇਨਸਪਾਇਰ ਕੀਤਾ। Their pens became instrument of God's inspiration. ਲਿਖਣ ਵਾਲਿਆਂ ਦੇ ਜੋ ਪੈਨ ਸੀਗੇ ਤੇ ਉਹ ਪਰਮੇਸ਼ਰ ਦੀ ਇੱਕ ਇਨਸਪੀਰੇਸ਼ਨ ਬਣ ਗਏ। Similarly, your sermon writing can be so inspired by God that every word you write is inspired from the Holy Spirit. ਤੇ ਇਸੇ ਤਰੀਕੇ ਨਾਲ ਜਦੋਂ ਤੁਸੀਂ ਪੈਨ ਉਠਾਉਂਦੇ ਹੋ ਤੇ ਤੁਹਾਡਾ ਜੋ ਲਿਖਣ ਵਾਲਾ ਪੈਨ ਹੈ, ਉਪਦੇਸ਼ ਲਿਖਣ ਵਾਲਾ ਪੈਨ ਹੈ, ਉਹ ਵੀ ਇਸ ਤਰੀਕੇ ਬਣ ਜਾਏ ਕਿ ਉਹ ਵੀ ਇੱਕ ਪਰਮੇਸ਼ਰ ਦੀ ਇਨਸਪੀਰੇਸ਼ਨ ਤੋਂ ਲਿਖ ਸਕੇ। In the same way, keeping this in mind, we need to pray and we need to fast. ਤੇ ਇਸੇ ਚੀਜ਼ ਨੂੰ ਮਾਈਂਡ ਦੇ ਵਿੱਚ ਰੱਖ ਕੇ ਇੱਕ ਗੱਲ ਯਾਦ ਰੱਖਣਾ ਕਿ ਆਪਾਂ ਨੂੰ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ ਤੇ ਫਾਸਟਿੰਗ ਕਰਨੀ ਬਹੁਤ ਜ਼ਰੂਰੀ ਹੈ। See, it's not important to choose an excellent title, something that I think people would like to hear. But what is more important is to choose what God wants me to bring to people. ਤੇ ਇਹ ਜ਼ਰੂਰੀ ਨਹੀਂ ਹੈ ਕਿ ਜੋ ਦਾ ਟੌਪਿਕ ਹੋਏ ਜੋ ਸ਼ੁਰੂਆਤ ਦੇ ਵਿੱਚ ਆਪਾਂ ਲਿਖਦੇ ਆ ਕਿ ਬਹੁਤ ਹੀ ਇੰਟਰਸਟਿੰਗ ਤੇ ਬਹੁਤ ਲੁਭਾਵਣਾ ਹੋਏ, ਇਹ ਜ਼ਰੂਰੀ ਨਹੀਂ ਹੈ, ਪਰ ਮੇਨ ਜ਼ਰੂਰੀ ਹੈ ਕਿ ਪਰਮੇਸ਼ਰ ਤੁਹਾਨੂੰ ਕੀ ਲਿਖਵਾਉਣਾ ਚਾਹੁੰਦੇ ਹੈ। Sometimes, as a preacher, you can be tempted that, maybe nobody has ever talked about the winds of the Bible. So I'm going to talk about the winds of the Bible. ਕਈ ਵਾਰੀ ਹੋ ਸਕਦਾ ਹੈ ਕਿ ਤੁਹਾਨੂੰ ਅੰਦਰੋਂ ਐਵੇਂ ਆਇਆ ਕਿ ਮੈਂ ਲਿਖਾਂ ਕਿ ਜੋ ਬਾਈਬਲ ਦੇ ਜੋ ਇੱਕ ਕਹਿ ਲੋ ਕਿ ਵਿੰਡਸ ਹੈ ਉਹਦੇ ਬਾਰੇ ਲਿਖਾਂ, ਉਹਦੀ ਹਵਾ ਦੇ ਬਾਰੇ ਜਿਹਦੇ ਬਾਰੇ ਕਦੇ ਕਿਸੇ ਨੇ ਨਹੀਂ ਲਿਖਿਆ, ਤੇ ਹੋ ਸਕਦਾ ਤੁਸੀਂ ਉਹਦੇ ਬਾਰੇ ਲਿਖਣਾ ਚਾਹੋ। But you have to understand that it's not about finding a subject that has never been preached. It's about finding a subject that God wants you to preach. ਧਿਆਨ ਚ ਰੱਖਣਾ ਹੈ ਕਿ ਹੋ ਸਕਦਾ ਕਿ ਤੁਹਾਡਾ ਟੌਪਿਕ ਜੋ ਤੁਹਾਡਾ ਸਬਜੈਕਟ ਹੈ ਉਹਦਾ ਨਾਮ ਕੁਝ ਐਸਾ ਹੋਏ ਜਿਹੜਾ ਕਿ ਕਦੇ ਕਿਸੇ ਨੇ ਪਹਿਲਾਂ ਪ੍ਰਚਾਰ ਨਹੀਂ ਕੀਤਾ, ਐਸਾ ਟੌਪਿਕ ਕਦੇ ਕਿਸੇ ਨੇ ਨਹੀਂ ਲਿਆ, ਪਰ ਮੇਨ ਇੰਪੋਰਟੈਂਟ ਚੀਜ਼ ਕੀ ਹੈ ਕਿ ਉਹ ਪਰਮੇਸ਼ਰ ਦੇ ਦੁਆਰਾ ਹੋਵੇ। So it is important that we pray and we fast and we seek the Lord and we get a confirmation from the Lord. Lord, this is the subject that you want me to talk about? ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਆਪਾਂ ਉਸ ਪ੍ਰਚਾਰ ਤੋਂ ਪਹਿਲਾਂ ਉਸ ਉਪਦੇਸ਼ ਨੂੰ ਲਿਖਣ ਤੋਂ ਪਹਿਲਾਂ ਆਪਾਂ ਫਾਸਟ ਕਰੀਏ, ਪ੍ਰਾਰਥਨਾ ਚ ਰੱਖੀਏ ਤਾਂ ਕਿ ਉਹ ਜਾਣ ਸਕੇ ਕਿ ਪਰਮੇਸ਼ਰ ਸੱਚਮੁੱਚ ਕਿ ਆਹੀ ਉਹ ਸਬਜੈਕਟ ਹੈ, ਆਹੀ ਉਹ ਟੌਪਿਕ ਹੈ ਜਿਸ ਦੇ ਉੱਪਰ ਤੁਸੀਂ ਚਾਹੁੰਦੇ ਹੋ ਕਿ ਮੈਂ ਲਿਖਾਂ। There was a time, I just want to give an example from my personal life. I wanted to preach about deliverance in church, in our church in London. ਇੱਕ ਸਮੇਂ ਸੀਗਾ, ਮੈਂ ਤੁਹਾਨੂੰ ਉਦਾਹਰਨ ਦੇਣਾ, ਇੱਕ ਸਮੇਂ ਸੀ ਮੇਰੀ ਪਰਸਨਲ ਜ਼ਿੰਦਗੀ 'ਚ ਕਿ ਮੈਂ ਪ੍ਰਚਾਰ ਕਰਨਾ ਚਾਹੁੰਦਾ ਸੀਗਾ ਚਰਚ ਦੇ। Can you repeat, brother? About deliverance. ਛੁਟਕਾਰੇ ਦੇ ਬਾਰੇ ਮੈਂ ਪ੍ਰਚਾਰ ਕਰਨਾ ਚਾਹੁੰਦਾ ਸੀ। Deliverance from demons and things like that. ਜਿੱਦਾਂ ਤੁਸੀਂ ਜਾਣਦੇ ਹੋ ਕਿ ਦੁਸ਼ਟ ਆਤਮਾਵਾਂ ਤੋਂ ਛੁਟਕਾਰਾ ਤੇ ਇਸ ਤਰੀਕੇ ਦਾ। Now this is a very, very, very important subject. तो देखा जाए एक बहुत एक जरूरी important subject है छुटकारा। I can preach about it any time because this is an important subject. मैं मैंने कभी भी प्रचार कर सकता कि इसे विषय क्योंकि ये बहुत एक important subject है। Right, but I had to get a confirmation from the Lord because this is also a very sensitive subject, and if God doesn't want me to preach that in the church in a particular time, then it is not going to be very effective. और ये बहुत important है, पर ये जरूरी नहीं है, इस तो पहला ये जरूरी है कि मैं परमेश्वर तो ये चंगी तरह जान लवा कि ये कंफर्म्ड है कि परमेश्वर मैंने चाहते हैं कि मैं इस डिलीवरेंस के ऊपर बोला, क्योंकि ये बहुत ही एक सेंसिटिव टॉपिक है डिलीवरेंस छुटकारा, तो मैंने कंफर्म करना है कि मैं परमेश्वर तो पहला करना कि परमेश्वर इससे चाहते हैं मैं बोला। So I waited for 1 week to get an answer from the Lord, and when the answer came, I was ready to preach it in the church. इतना करके मैं एक हफ्ता मैं इंतजार किया परमेश्वर दा ओदी कंफर्मेशन दा कि यही वो टॉपिक है जिस पे मैंने प्रचार करना है। जब कंफर्मेशन आई तो फिर मैंने उस पे प्रचार किया। And when I preached that message, it was absolutely powerful in the church. Most of the church came forward for prayer. ਜਦੋਂ ਮੈਂ ਉਸ ਡਿਲੀਵਰੈਂਸ ਦੇ ਉੱਪਰ ਪ੍ਰਚਾਰ ਕੀਤਾ ਪਰਮੇਸ਼ਰ ਦੀ ਕਨਫਰਮੇਸ਼ਨ ਤੋਂ ਬਾਅਦ, ਤੇ ਉਸ ਦਿਨ ਕਲੀਸਿਆ ਦੇ ਵਿੱਚ ਇੰਨਾ ਪ੍ਰਭਾਵ ਗਿਆ, ਬਹੁਤ ਪ੍ਰਭਾਵਸ਼ਾਲੀ ਰਿਹਾ ਉਹ ਪ੍ਰਚਾਰ, ਤੇ ਬਹੁਤ ਸਾਰੇ ਲੋਕ ਆਏ। Because when we preach what Lord gives us, there will be anointing and there will be fruitfulness.
ਕਿਉਂਕਿ ਜਦ ਆਪਾਂ ਉਹ ਪ੍ਰਚਾਰ ਕਰਾਂਗੇ ਜੋ ਪਰਮੇਸ਼ਰ ਨੇ ਆਪਾਂ ਨੂੰ ਦਿੱਤਾ ਹੈ ਤੇ ਉਹਦੇ ਉੱਪਰ ਸੱਚਮੁੱਚ ਬਹੁਤ ਬਸਾ ਹੋਏਗਾ ਤੇ ਬਹੁਤ ਫਲ। So now I want to talk about what are different types of sermon. Now we are going to go a little bit more about the practicalities of sermon writing and understanding the concept behind sermon writing. ਤੇ ਹੁਣ ਇਸ ਤੋਂ ਅੱਗੇ ਮੈਂ ਜਾਣਾ ਚਾਹੂੰਗਾ, ਮੈਂ ਬੋਲਣਾ ਚਾਹੂੰਗਾ ਕਿ ਕਿੰਨੇ ਤਰ੍ਹਾਂ ਦੇ ਸਰਮਨਸ ਹੁੰਦੇ, ਉਪਦੇਸ਼ ਕਿੰਨੇ ਪ੍ਰਕਾਰ ਦੇ ਹੁੰਦੇ ਆ, ਉਹਨਾਂ ਨੂੰ ਕਿੱਦਾਂ ਲਿਖਿਆ ਜਾਂਦਾ ਹੈ, ਉਹਨਾਂ ਨੂੰ ਕਿੱਦਾਂ ਤਿਆਰ ਕੀਤਾ ਜਾਂਦਾ ਹੈ। You know, like just like a car has a lot of different models, you know, in the same way sermons have a lot of different models. ਜਿਵੇਂ ਆਪਾਂ ਜਾਣਦੇ ਕਿ ਜੋ ਕਾਰਸ ਹੁੰਦੇ ਉਹਨਾਂ ਦੇ ਕਾਫੀ ਸਾਰੇ ਮਾਡਲਸ ਹੁੰਦੇ ਆ, ਉਦਾਂ ਹੀ ਜੋ ਸਰਮਨਸ ਜੋ ਉਪਦੇਸ਼ ਲਿਖੇ ਜਾਂਦੇ ਉਹਨਾਂ ਦੇ ਵੀ ਕਈ ਪ੍ਰਕਾਰ। Same like a phone, you know, I have an iPhone, you might have a Samsung, even though iPhone is better, but you might have a Samsung, you might have a Oppo, you know, you might have a different phone, whatever. Somebody has an Oppo is a good phone as well. I like Oppo. There are different types, so there are different types of sermon. You might think that sermon is just about, okay, take some scriptures, put it together and preach. No, there are different types of sermon. ਵੇਖੇ ਉਹਨੇ ਦੱਸਿਆ ਕਿ ਜਿਵੇਂ ਫੋਨਸ ਹੈ ਉਹਨਾਂ ਦੇ ਵੀ ਕਈ ਪ੍ਰਕਾਰ ਹੁੰਦੇ ਆ, ਇਦਾਂ ਹੀ ਜੋ ਉਪਦੇਸ਼ ਹੈ ਉਹਨਾਂ ਦੇ ਵੀ ਕਈ ਪ੍ਰਕਾਰ ਹੁੰਦੇ ਆ। ਤੇ ਉਪਦੇਸ਼ ਦਾ ਮਤਲਬ ਸਿਰਫ ਆ ਨਹੀਂ ਹੈ ਕਿ ਆਪਾਂ ਬਾਈਬਲ ਚੋਂ ਕੋਈ ਵੀ ਇੱਕ ਵਰਸ ਜਾਂ ਫਿਰ ਕੋਈ ਵੀ ਇੱਕ ਸਟੋਰੀ ਚੂਜ਼ ਕਰ ਲਈ ਤੇ ਉਹਨੂੰ ਵੱਡਾ ਕਰਕੇ ਲਿਖ ਦਿੱਤਾ। If you want to be an effective preacher, you need to understand these concepts. ਜੇ ਸੱਚਮੁੱਚ ਤੁਸੀਂ ਇੱਕ ਪ੍ਰਭਾਵਸ਼ਾਲੀ ਸਿਖਾਉਣ ਵਾਲੇ ਪ੍ਰਚਾਰਕ ਬਣਨਾ ਚਾਹੁੰਦੇ ਹੋ ਤਾਂ ਸੱਚਮੁੱਚ ਤੁਹਾਨੂੰ ਕੋਈ ਚੀਜ਼ ਸਿੱਖਣੀ ਚਾਹੀਦੀ ਹੈ। So the first type of sermon is expository sermon. ਪਹਿਲੇ ਪ੍ਰਕਾਰ ਦੇ ਜੋ ਟਾਈਪ ਹੈਗੇ ਉਪਦੇਸ਼ ਦਾ, the expository sermon. Sister Priyanka, did you find the word in Punjabi for it? Expository sermon is more like, let me explain, and I think then you can explain. It's like taking one passage of the Bible and then explaining about that passage. You're not talking about different scriptures from here, there and everywhere, but you're talking about one passage of the Bible to people. And I'll give an example. ਪਹਿਲਾਂ ਮੈਂ ਬੋਲਣਾ ਚਾਹੂੰਗੀ ਐਕਸਪੋਜੀਸ਼ਨਲ ਦੇ ਬਾਰੇ, ਜਿਹਦੇ ਕਿ ਜੋ ਮੈਂ ਵਰਡ ਲੱਭਿਆ ਉਹਦੇ ਲਈ ਐਵੇਂ ਲੱਗਿਆ ਕਿ ਵਿਆਖਿਆ ਵਾਲਾ, ਕਿ ਆਪਾਂ ਉਹਦੇ ਵਿੱਚ ਕੀ ਹੁੰਦਾ, ਇਸ ਪ੍ਰਕਾਰ ਦੇ ਸਰਮਨ ਦੇ ਵਿੱਚ ਕੀ ਹੁੰਦਾ ਕਿ ਆਪਾਂ ਕੋਈ ਵੀ ਵਰਸ ਬਾਈਬਲ ਦੇ ਵਿੱਚੋਂ ਚੂਜ਼ ਕਰ ਲੈਂਦੇ ਆ, ਕੋਈ ਵੀ ਸਕ੍ਰਿਪਚਰ ਚੂਜ਼ ਕਰ ਲੈਂਦੇ ਆ, passage from the Bible, a paragraph, a full chapter or something, ਪੂਰਾ ਇੱਕ ਚੈਪਟਰ ਜਾਂ ਫਿਰ ਕੋਈ ਸਮਝ ਲਓ ਕਿ ਪੈਸੇਜ ਆਪਾਂ ਚੂਜ਼ ਕਰ ਲੈਂਦੇ ਆ ਤੇ ਸਿਰਫ ਆਪਾਂ ਉਹਦੇ ਬਾਰੇ ਲਿਖਦੇ ਆ ਤੇ ਉਹਦੇ ਬਾਰੇ ਆਪਾਂ ਚੀਜ਼ਾਂ ਬੋਲਦੇ, ਨਾ ਕਿ ਤੇ ਦੂਸਰੇ ਕਿਸੇ ਜੋ ਪੈਸੇजेस ਆ ਉਹਨੂੰ ਵਿੱਚ ਨਹੀਂ ਲੈਂਦੇ। There are good strengths about this sermon. These are very easy to write sermon and they are very coherent for people. ਤੇ ਆ ਜਿਹੜੇ ਐਕਸਪੋਜੀਸ਼ਨਲ ਜਿਹੜੇ ਜੋ ਪੰਜਾਬੀ ਚ ਲਿਖਿਆ ਇੱਥੇ ਕਿ ਵਿਆਖਿਆਤਮਕ, ਜਿਨ੍ਹਾਂ ਤੇ ਵਿਆਖਿਆ ਕੀਤੀ ਜਾਏ ਥੋੜੀ, ਤੇ ਇਸ ਤਰ੍ਹਾਂ ਜੋ ਸਰਮਨਸ ਹੁੰਦੇ ਆ ਇਹ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੈਗੇ ਆ, ਬਹੁਤ ਜ਼ਿਆਦਾ ਵਾਰ ਯੂਜ਼ ਕੀਤੇ ਜਾਂਦੇ ਖਾਸ ਕਰ। I personally like to preach expository sermons. ਤੇ ਮੈਂ ਪਰਸਨਲੀ ਪਸੰਦ ਕਰਦਾ ਜੋ ਵਿਆਖਿਆ ਕਰਨ ਵਾਲੇ ਜੋ ਪ੍ਰਚਾਰ ਹੁੰਦੇ, ਉਪਦੇਸ਼ ਹੁੰਦੇ, ਉਸ ਪ੍ਰਕਾਰ ਦੇ, ਇਸ ਪ੍ਰਕਾਰ ਦੇ ਉਪਦੇਸ਼ ਮੈਨੂੰ ਜ਼ਿਆਦਾ ਪਸੰਦ ਹੈ। Let's say you can talk about a story from John chapter 11, the story of Lazarus, and you just talk about that story and you just every verse by verse, okay, this is the verse, then you talk about that verse and then you go further and then the next verse, then verse 3, verse 4, you just take that passage, you just take that story and you just talk about that story and you preach just from that story. ਆਪਾਂ ਇੱਕ ਉਦਾਹਰਣ ਲੈਂਦੇ ਹਾਂ ਕਿ ਮੰਨ ਲਓ ਕਿ ਜਿਹੜਾ ਯੋਹੰਨਾ ਉਹਦਾ ਅਧਿਆਇ 11 ਚੈਪਟਰ 11 ਉਹਦੇ ਵਿੱਚੋਂ ਕਿ ਉਹਦੇ ਚ ਲਾਜ਼ਰ ਦੀ ਇੱਕ ਕਹਾਣੀ ਹੈ, ਤੇ ਆਪਾਂ ਜੇ ਮੰਨ ਲਓ ਕਿ ਉਹਨੂੰ ਚੂਜ਼ ਕਰਦੇ ਆ ਤੇ ਉਹਦਾ ਪਹਿਲਾ ਪ੍ਰਚਾਰ ਜਦੋਂ ਮੈਂ ਚੂਜ਼ ਕਰਾਂਗਾ ਤੇ ਪਹਿਲਾ ਜੋ ਉਹਦੀ ਪਹਿਲਾ ਵਰਸ ਹੈ ਉਹਦੇ ਬਾਰੇ ਕੁਝ ਬੋਲੂੰਗਾ, ਫਿਰ ਦੂਸਰੇ, ਫਿਰ ਇਦਾਂ ਤੀਸਰੇ, ਫਿਰ ਚੌਥੇ ਬਾਰੇ ਹੌਲੀ ਹਰ ਜੋ ਵਰਸ ਬਾਈ ਵਰਸ ਮੈਂ ਉਹਨੂੰ ਬੋਲਦਾ ਜਾਊਂਗਾ। The second type of sermon is textual sermons, or you can even call them topical sermons. You pick a certain topic of the Bible. ਤੇ ਦੂਸਰੇ ਟਾਈਪ
ਦੇ ਵਿੱਚ ਕੀ ਹੈ ਕਿ ਉਹਨੂੰ ਟੈਕਸਚੁਅਲ ਵੀ ਕਿਹਾ ਗਿਆ ਤੇ ਟੌਪੀਕਲ ਸਰਮਨ ਵੀ ਕਿਹਾ ਗਿਆ ਤੇ ਜੋ ਹਿੰਦੀ ਚ ਮੈਨੂੰ ਵਰਡ ਮਿਲਿਆ ਉਹ ਲਿਖਿਆ ਹੋਇਆ ਸੀਗਾ ਕਿ ਸਤਹੀ ਸਤਹੀ ਪੰਜਾਬੀ Like you talk about a topic. For example, you talk about what does the Bible has to say about money. ਕਿ ਇੱਥੇ ਇਹਦੇ ਵਿੱਚ ਕੀ ਹੈ ਟੌਪੀਕਲ ਸਰਮਨ ਦੇ ਵਿੱਚ ਜੋ ਟੈਕਸਚੁਅਲ ਸਰਮਨ ਹੈ ਉਹਦੇ ਵਿੱਚ ਕੀ ਹੈ ਕਿ ਇੱਕ ਟੌਪਿਕ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਵੀ ਤੁਸੀਂ ਟੌਪਿਕ ਚੂਜ਼ ਕਰ ਲਓ So sometimes maybe you are going to write a sermon which is topical. You pick a topic on relationships and you say, okay, what does the Bible has to say about relationships? ਉਦਾਹਰਨ ਲਓ ਕਿ ਮੰਨ ਲਓ ਕਿ ਤੁਸੀਂ ਇੱਕ ਰਿਲੇਸ਼ਨਸ਼ਿਪ ਇਹ ਟੌਪਿਕ ਚੂਜ਼ ਕਰ ਲਿਆ ਹੁਣ ਆਪਾਂ ਦੇਖੀਏ ਕਿ ਬਾਈਬਲ ਉਸ ਦੇ ਬਾਰੇ ਕੀ ਕਹਿੰਦੀ ਹੈ Maybe you will take some scriptures from Genesis. Maybe you take some scriptures from Proverbs. You know, maybe you will take some scriptures from Matthew, different books of the Bible, and you will put your sermon together. ਜਿੱਦਾਂ ਮੰਨ ਲਓ ਆਪਾਂ ਇੱਕ ਟੌਪਿਕ ਚੂਜ਼ ਕਰ ਲਿਆ ਰਿਲੇਸ਼ਨਸ਼ਿਪ ਤੇ ਹੋ ਸਕਦਾ ਉਹਨੂੰ ਉਹਦੇ ਲਈ ਕੁਝ ਸਕ੍ਰਿਪਚਰ ਤੁਸੀਂ ਜੈਨੇਸਿਸ ਦੇ ਵਿੱਚੋਂ ਲਏ ਕੁਝ ਕਹਾਵਤਾਂ ਦੇ ਵਿੱਚੋਂ ਲੈ ਲਏ ਕੁਝ ਕਿੱਥੋਂ ਵੀ ਮੀਨਸ ਪੂਰੇ ਬਾਈਬਲ ਦੇ ਵਿੱਚੋਂ ਕਿੱਥੋਂ ਵੀ ਵਰਸਿਸ ਤੁਸੀਂ ਲੈ ਸਕਦੇ ਹੋ So it is important to identify when you are going to write, when it's time for you to preach, what type of sermon you are going to preach. So first type I gave was expository sermon. The second type is topical sermon. And the third type I want to talk about is a testimonial sermon. ਕਰਕੇ ਜਦ ਵੀ ਤੁਸੀਂ ਆਪਣੇ ਉਪਦੇਸ਼ ਨੂੰ ਤਿਆਰ ਕਰੋ ਤੇ ਇਹ ਪਤਾ ਹੋਣਾ ਜ਼ਰੂਰੀ ਹੈ ਤੁਸੀਂ ਇਹ ਜਾਣਨਾ ਹੈ ਕਿ ਉਹ ਕਿਸ ਪ੍ਰਕਾਰ ਦਾ ਸਰਮਨ ਹੈ ਕਿਸ ਪ੍ਰਕਾਰ ਦਾ ਉਪਦੇਸ਼ ਤੁਸੀਂ ਦੇਣ ਜਾ ਰਹੇ ਹੋ ਐਕਸਪੋਜੀਸ਼ਨਲ ਜਿਹਦੇ ਚ ਆਪਾਂ ਦੇਖਿਆ ਕਿ ਆਪਾਂ ਇੱਕ ਪੈਸੇਜ ਲੈ ਲਾਂਗੇ ਤੇ ਫਿਰ ਵਿਆਖਿਆ ਕਰਾਂਗੇ ਜਾਂ ਫਿਰ ਉਹ ਟੈਕਸਚੁਅਲ ਟਾਈਪ ਦਾ ਹੈ ਟੌਪੀਕਲ ਟਾਈਪ ਦਾ ਹੈ ਕਿ ਤੁਸੀਂ ਇੱਕ ਟੌਪਿਕ ਚੂਜ਼ ਕੀਤਾ ਤੇ ਫਿਰ ਉਹਦੇ ਲਈ ਵਰਸਿਸ ਲਿਖੇ ਹੁਣ ਮੈਂ ਤੀਸਰੇ ਪ੍ਰਕਾਰ ਦੇ ਬਾਰੇ ਦੱਸਣ ਜਾ ਰਿਹਾ which is a testimonial sermon. ਜਿਹਨੂੰ ਕਿਹਾ ਗਿਆ ਹੈ ਟੈਸਟੀਮੋਨੀਅਲ ਉਪਦੇਸ਼ ਕਿ ਜਿਹਦੇ ਵਿੱਚ ਗਵਾਹੀ ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ So you are mainly talking about a big testimony of your life, something that God has done in your life, and the preacher takes that element of that testimony and then brings a sermon along with that testimony. ਟੈਸਟੀਮੋਨੀਅਲ ਸਰਮਨ ਦੇ ਵਿੱਚ ਇਸ ਪ੍ਰਕਾਰ ਦੇ ਉਪਦੇਸ਼ ਦੇ ਵਿੱਚ ਕੀ ਹੈ ਕਿ ਜੋ ਪ੍ਰਚਾਰ ਕਰਨ ਵਾਲਾ ਹੈ ਜੋ ਉਪਦੇਸ਼ ਦੇਣ ਵਾਲਾ ਹੈ ਉਹ ਕੀ ਕਰੇਗਾ ਕਿ ਆਪਣੇ ਇੱਕ ਜ਼ਿੰਦਗੀ ਚੋਂ ਮੇਲ ਖਾਂਦੇ ਆਪਣੀ ਗਵਾਹੀ ਨੂੰ ਲੈ ਕੇ ਉਹਨੂੰ ਸ਼ਾਮਿਲ ਕਰਕੇ ਫਿਰ ਉਹਦੇ ਮੁਤਾਬਿਕ ਅੱਗੇ ਉਸ ਦੇ ਵਿੱਚ ਮੈਸੇਜ ਐਡ ਕਰੇਗਾ It is very important that when you're talking about or when you're preaching a testimonial sermon, that you don't just do the testimony. You need to intertwine, you need to combine the testimony with the scriptures of the word of God. Scripture, testimony. Then this happened in my life, then this is what the word of God says, and then it becomes powerful. ਤੇ ਇਸ ਪ੍ਰਕਾਰ ਦੇ ਜਦੋਂ ਆਪਾਂ ਦੇਖਦੇ ਤੇ ਤੁਹਾਨੂੰ ਖਾਸ ਧਿਆਨ ਰੱਖਣਾ ਕਿ ਜਦ ਆਪਣੇ ਤੁਸੀਂ ਗਵਾਹੀ ਦਿੰਦੇ ਹੋ ਵਿੱਚ ਐਡ ਕਰਦੇ ਹੋ ਤੇ ਉਹਦੇ ਨਾਲ ਉਹ ਪਰਮੇਸ਼ਰ ਦੇ ਵਚਨ ਦੇ ਨਾਲ ਮੇਲ ਖਾਂਦੀ ਹੋਏ ਤੇ ਜਿਵੇਂ ਬ੍ਰਦਰ ਨੇ ਦੱਸਿਆ ਕਿ ਉਹ ਮਿਕਲ ਹੋਏ ਕਿ ਮਿਕਸ ਹੋਏ ਉਹਦੇ ਨਾਲ ਤੁਹਾਡੀ ਗਵਾਹੀ ਪਰਮੇਸ਼ਰ ਦੇ ਵਚਨ ਦੇ ਨਾਲ ਮੇਲ ਖਾਂਦੀ ਹੋਏ ਤੇ ਜੋ ਵਚਨ ਹੈ ਉਹ ਤੁਹਾਡੀ ਗਵਾਹੀ ਨਾਲ ਮੇਲ ਖਾਂਦਾ Maybe another time there is the fourth category of the sermon is that maybe you will talk about what we call it the biographical sermon. ਵਿੱਚ ਆਪਾਂ ਪੜਾਂਗੇ ਜੋ ਪ੍ਰਕਾਰ ਹੈ ਉਹ ਹੈਗਾ ਬਾਇਓਗ੍ਰਾਫੀਕਲ ਸਰਮਨ ਕਿ ਇਸ ਪ੍ਰਕਾਰ ਦਾ ਉਪਦੇਸ਼ ਜਿਹਦੇ ਵਿੱਚ ਇੱਥੇ ਲਿਖਿਆ ਗਿਆ ਕਿ ਜੀਵਨੀ ਤੇ ਤੁਹਾਡੇ ਚਰਿੱਤਰ ਦੇ ਸੰਬੰਧੀ ਕੁਝ ਗੱਲਾਂ ਲਿਖੀਆਂ So now this is not just about your life, but maybe you will talk about the life of David from the Bible. Maybe you will talk about life of Abraham from the Bible. Maybe you will talk about life of Jesus from the Bible or life of Peter from the Bible. ਇੱਥੇ ਜ਼ਰੂਰੀ ਨਹੀਂ ਕਿ ਉਹ ਬਾਇਓਗ੍ਰਾਫੀਕਲ ਸਰਮਨ ਦੇ ਵਿੱਚ ਜੀਵਨੀ ਦੇ ਵਿੱਚ ਉਹ ਸਿਰਫ ਤੁਹਾਡੀ ਹੀ ਜੀਵਨੀ ਦੇ ਬਾਰੇ ਹੋ ਸਕਦਾ ਕੋਈ ਯਿਸੂ ਮਸੀਹ ਦੇ ਜੀਵਨ ਦੇ ਬਾਰੇ ਹੋ ਸਕਦਾ ਦਾਊਦ ਦੀ ਜ਼ਿੰਦਗੀ ਨੂੰ ਲੈ ਕੇ ਕੁਝ ਹੋ ਸਕਦਾ ਜੋ ਵੀ ਜੋ ਬਾਈਬਲ ਦੇ ਵਿੱਚ ਕੈਰੈਕਟਰਸ ਨੇ ਉਹਨਾਂ ਦੀ ਜੀਵਨੀ ਨੂੰ ਲੈ ਕੇ ਕੁਝ Maybe you will say, okay, you know what can we learn from the life of Moses? ਜਿਵੇਂ ਕਿ ਹੋ ਸਕਦਾ ਆਪਾਂ ਇਸ ਨੂੰ ਲੈ ਸਕਦੇ ਹਾਂ ਇਹਦੇ ਵਿੱਚ ਬਾਇਓਗ੍ਰਾਫੀਕਲ ਸਰਮਨ ਦੇ ਵਿੱਚ ਕਿ ਜੋ ਮੂਸਾ ਦੀ ਲਾਈਫ ਹੈ ਜ਼ਿੰਦਗੀ ਸੀ ਜੀਵਨ ਸੀ ਉਹਦੇ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ You know, I want to talk about the fact that Moses was a prince, but he left and he ran and he became a normal person and he was wandering in the desert. I really want to talk about his life. It's so powerful what he went through.
मूसा एक ਉਹ ਤਾਂ ਇੱਕ ਰਾਜਕੁਮਾਰ ਸੀ ਫਿਰ ਵੀ ਉਹਨੇ ਸਾਰੀ ਆਪਣੇ ਉਸ ਨੂੰ ਛੱਡ ਕੇ ਆਪਣੀ ਸ਼ਾਨੋ ਸ਼ੌਕਤ ਛੱਡ ਕੇ ਉਹ ਇਦਾਂ ਦੀ ਉਹਨੇ ਜ਼ਿੰਦਗੀ 'ਚ ਤੇ ਹੋ ਸਕਦਾ ਕਿ ਤੁਸੀਂ ਬੜੇ ਜੋਸ਼ ਨਾਲ ਹੋ ਕਿ ਮੈਂ ਇਹਦੇ ਬਾਰੇ ਬੋਲਣਾ ਚਾਹਣਾ ਮੈਂ ਸਿੱਖਣਾ ਚਾਹਣਾ ਕਿ ਉਹਨੇ ਇੱਕ ਪ੍ਰਿੰਸ ਹੋਣ ਦੇ ਬਾਵਜੂਦ ਵੀ Maybe you've been reading Joseph, the life of Joseph, and you've been reading in Genesis, and you say, okay, you know what? I want to preach about Joseph. So that becomes a biographical sermon. You're talking about someone's life and the lessons that you can learn from their life. So these type of sermons are called biographical sermons. ਤੇ ਹੋ ਸਕਦਾ ਹੈ ਕਿ ਤੁਸੀਂ ਮੋਜ਼ਿਸ ਦੇ ਬਾਰੇ ਜਾਂ ਫਿਰ ਯੂਸੁਫ ਦੇ ਬਾਰੇ ਬੋਲਣਾ ਚਾਹੋ ਕਿ ਮੈਂ ਉਹਦੀ ਜ਼ਿੰਦਗੀ ਤੋਂ ਇੰਨਾ ਕੁਝ ਸਿੱਖਦਾ ਮੈਂ ਉਹਦੇ ਵਿੱਚ ਯੂਸੁਫ ਦੇ ਬਾਰੇ ਇੰਨਾ ਪੜਿਆ ਤੇ ਮੈਨੂੰ ਇਦਾਂ ਦੀ ਜ਼ਿੰਦਗੀ ਮੈਂ ਉਹਦੇ ਪਰਮੇਸ਼ਰ ਦੇ ਕੰਮਾਂ ਨੂੰ ਦੇਖਿਆ ਤੇ ਇਹ ਸਾਰੇ ਜੋ ਕਿਸੇ ਦੇ ਹੋਰ ਦੇ ਜੀਵਨ ਦੇ ਵਿੱਚੋਂ ਲੈ ਕੇ ਤੁਹਾਨੂੰ ਕੁਝ ਸਿਖਾਉਂਦੇ ਨੇ ਉਹ ਸਾਰੇ ਬਾਇਓਗ੍ਰਾਫਿਕਲ ਸਰਮਨ ਇਸ ਉਪਦੇਸ਼ ਦੇ ਵਿੱਚ ਆਉਂਦੇ ਨੇ ਜਿਹਨੂੰ ਇੱਥੇ ਕਿਹਾ ਗਿਆ ਜੀਵਨੀ ਸੰਬੰਧੀ ਉਪਦੇਸ਼ Number 5, the fifth type I want to talk about is thematic sermon. Thematic sermon. ਤੇ ਪੰਜਵਾਂ ਜੋ ਹੈਗਾ ਜਿਸ ਪ੍ਰਕਾਰ ਜੋ ਸਰਮਨ ਦਾ ਉਪਦੇਸ਼ ਦਾ ਉਹ ਹੈ ਥੀਮੈਟਿਕ ਸਰਮਨ ਥੀਮੈਟਿਕ ਉਪਦੇਸ਼ ਕਿ ਇੱਥੇ ਲਿਖਿਆ ਵਿਸ਼ੇ ਸੰਬੰਧੀ ਉਪਦੇਸ਼ Let's say it's the season of Christmas and you want to take the theme of Christmas, or if it's the season of Easter and you want to take the theme of Easter and bring a message along with that theme. These are the type of sermons which are called thematic sermon. ਤੇ ਇਸ ਦੇ ਵਿੱਚ ਕੀ ਹੁੰਦਾ ਥੀਮੈਟਿਕ ਜਿਹੜੇ ਇੱਥੇ ਲਿਖਿਆ ਵਿਸ਼ੇ ਸੰਬੰਧੀ ਉਪਦੇਸ਼ ਉਹਨਾਂ ਦੇ ਵਿੱਚ ਮੰਨ ਲਓ ਕਿ ਉਦਾਹਰਨ ਹੋ ਗਿਆ ਜਿਵੇਂ ਅੱਜ ਕ੍ਰਿਸਮਸ ਹੈ ਜਾਂ ਫਿਰ ਈਸਟਰ ਹੈ ਉਹਨਾਂ ਦੇ ਉੱਪਰ ਉਹਨੂੰ ਲੈ ਕੇ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਉਹਦੇ ਉੱਪਰ ਤੁਸੀਂ ਬਾਈਬਲ ਦੇ ਵਿੱਚੋਂ ਕੁਝ ਬੋਲਣਾ ਚਾਹੁੰਦੇ ਹੋ ਤੇ ਇਸ ਪ੍ਰਕਾਰ ਦੇ ਜੋ ਸਾਰੇ ਉਪਦੇਸ਼ ਹੋਣਗੇ ਉਹ ਥੀਮੈਟਿਕ ਵਿਸ਼ੇ ਸੰਬੰਧੀ ਉਪਦੇਸ਼ ਕਹਾਉਂਦੇ ਹਨ So you take a certain theme, or you can take a theme about weather in the Bible. This is a season of spring, this is a season of autumn, or this is a summer season, or you take certain seasons, or you take a certain theme from the Bible and you bring that theme into your sermon. ਜਾਂ ਫਿਰ ਹੋ ਸਕਦਾ ਕਿ ਤੁਸੀਂ ਕਿਸੇ ਜੋ ਸੀਜ਼ਨ ਹੈ ਉਸ ਟਾਈਮ ਦਾ ਉਹਨੂੰ ਲੈ ਕੇ ਜਿਵੇਂ ਕਿ ਬ੍ਰਦਰ ਨੇ ਦੱਸਿਆ ਕਿ ਸਪ੍ਰਿੰਗ ਸੀਜ਼ਨ ਚੱਲ ਰਿਹਾ ਜਾਂ ਫਿਰ ਆਟਮ ਚੱਲ ਰਿਹਾ ਜਾਂ ਫਿਰ ਕੋਈ ਵੀ ਇੱਕ ਥੀਮ ਲੈ ਕੇ ਜੋ ਕਿ ਆਪਣੇ ਸਰਾਊਂਡਿੰਗ ਦੇ ਵਿੱਚ ਹੈ ਉਸ ਚੀਜ਼ ਨੂੰ ਲੈ ਕੇ ਤੁਸੀਂ ਉਹਨੂੰ ਚੂਜ਼ ਕਰ ਸਕਦੇ ਟੌਪਿਕ So it is important for you to identify where am I going with my sermon. You can't mix and match, because if you mix and match, maybe you are going to prepare too much, maybe you are not going to be very clear to people. But when we know one particular type of sermon, okay, I want to talk about biography, this is a biographical sermon, I'm not going to talk about other things, I'm not going to mix it up, I'm just going to stick to that point. ਤਾਂ ਕਰਕੇ ਉਪਦੇਸ਼ ਬਣਾਉਣ ਦੇ ਲਈ ਤੁਹਾਨੂੰ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਹਾਡੇ ਮਾਈਂਡ ਦੇ ਵਿੱਚ ਇਹ ਕਲੀਅਰ ਹੋਏ ਕਿ ਜੋ ਤੁਹਾਡਾ ਉਪਦੇਸ਼ ਹੈ ਉਹ ਕਿਸ ਪ੍ਰਕਾਰ ਦਾ ਹੈ ਤਾਂ ਕਿ ਤੁਸੀਂ ਸਾਰਾ ਕੁਝ ਮਿਕਸ ਨਾ ਕਰ ਦਿਓ ਤੇ ਉਹ ਇੰਨਾ ਇਲੈਬੋਰੇਟ ਉਹ ਇੰਨਾ ਵੱਧ ਜਾਏ ਕਿ ਉਹ ਕਿਸੇ ਦੀ ਸਮਝ ਤੋਂ ਹੀ ਪਰੇ ਹੋ ਜਾਏ ਜਾਂ ਫਿਰ ਕਨਫਿਊਜ਼ ਕਰ I hope this is clear, but so far, does anybody has any questions before we go any further? ਮੈਂ ਸਮਝਦਾ ਕਿ ਕਲੀਅਰ ਹੋ ਗਿਆ ਪਰ ਇੰਨੀ ਤੱਕ ਆ ਕੇ ਜੇ ਕਿਸੇ ਨੂੰ ਵੀ ਕੋਈ ਕੁਝ ਪੁੱਛਣਾ ਚਾਹੁੰਦਾ ਤੇ ਤੁਸੀਂ ਪੁੱਛ ਸਕਦੇ ਹੋ Okay, praise the Lord. That means we'll just continue. But if you get any questions, please, I think on Zoom, you can put this sign up like a hand, so then you have a question and then I can stop and I can answer that question. There's a hand sign that you can put up. And that means, or you can just wave and then we can stop and answer those questions. Okay, so now I want to talk about some more practical tips that you need to know as a preacher when you are going to be preaching. ਹੁਣ ਮੈਂ ਕੁਝ ਹੋਰ ਪ੍ਰੈਕਟੀਕਲ ਚੀਜ਼ਾਂ ਤੋਂ ਰਿਲੇਟਡ ਗੱਲ ਕਰਨਾ ਚਾਹੁੰਦਾ ਜਿਹੜੀ ਕਿ ਤੁਹਾਨੂੰ ਇਹਦੇ ਵਿੱਚ ਮਦਦ ਕਰ ਰਹੀ ਹੈ ਤੇ ਤੁਹਾਨੂੰ ਐਜ਼ ਅ ਪ੍ਰਚਾਰਕ ਤੁਹਾਨੂੰ ਜਾਣਨੀ ਜ਼ਰੂਰੀ ਹੈ Firstly, you need to know who your congregation is. Don't just think that God's only going to use you in your church. I think a time will come when you are going to be preaching abroad. You are going to go to a different church. Maybe you are going to go to a different meeting. So you need to know your congregation. You need to know a little bit or think about who are the people that you are going to be preaching to. ये पहली प्रैक्टिकल जो वास्तविक चीज जो मैं दसना चाहूंगा समझाना चाहूंगा वो है कि ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਜਾਣ ਲਓ
ਕਿ ਜਿਨ੍ਹਾਂ ਨੂੰ ਤੁਸੀਂ ਪ੍ਰਚਾਰ ਕਰਨ ਜਾ ਰਹੇ ਹੋ, ਉਪਦੇਸ਼ ਦੇਣ ਜਾ ਰਹੇ ਹੋ, ਉਹ ਲੋਕੀ ਕਿਸ ਤਰ੍ਹਾਂ ਦੇ ਨੇ। ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਹੋਰ ਕਲੀਸਿਆ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਹੋਏ, ਹੋ ਸਕਦਾ ਹੈ ਕਿ ਤੁਹਾਨੂੰ ਅਬਰੋਡ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਪ੍ਰਚਾਰ, ਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਾਣ ਲਈਏ ਕਿ ਜਿਨ੍ਹਾਂ ਨੂੰ ਤੁਸੀਂ ਪ੍ਰਚਾਰ ਕਰਦੇ ਹੋ ਕਲੀਸਿਆ ਕਿਸ ਪ੍ਰਕਾਰ ਦੀ ਹੈ, ਉੱਥੋਂ ਦੇ ਲੋਕ ਕਿਸ ਪ੍ਰਕਾਰ ਦੇ। Think about it. Pray about it. Maybe even when you are even preaching in your church, think of different people. Think of, the youngest people. Think of the older people. Think of the newcomers. Think of different people in your congregation, and then think, how will this point that I am writing will speak to that person? Maybe this point is not going to be well understood by some people. So maybe I can explain it a little bit differently. It is important to keep the congregation in our minds when we are preparing the sermon. ਕਿ ਜੋ ਕਲੀਸਿਆ, ਜੋ ਕਾਂਗਰੇਸ਼ਨ ਚ ਲੋਕ ਹੈ, ਉਹਨਾਂ ਨੂੰ ਮਾਈਂਡ 'ਚ ਰੱਖਣਾ ਕਿ ਉੱਥੋਂ ਦਾ ਏਜ ਗਰੁੱਪ ਕੀ ਹੈ, ਕਿੱਦਾਂ ਦੇ ਲੋਕ ਹੈ, ਕਿੰਨੇ ਜਵਾਨ ਲੋਕ ਹੈ ਜਾਂ ਫਿਰ ਜ਼ਿਆਦਾ ਬੱਚੇ ਹੈ ਜਾਂ ਫਿਰ ਬਜ਼ੁਰਗ ਹੈ, ਤੇ ਉਹਨਾਂ ਸਾਰਿਆਂ ਨੂੰ ਮਾਈਂਡ ਦੇ ਵਿੱਚ ਰੱਖ ਕੇ ਆਪਣੇ ਟੌਪਿਕ ਦੇ ਬਾਰੇ ਸੋਚਣਾ ਕਿ ਜੇ ਮੰਨ ਲਓ ਮੈਂ ਇਸ ਟੌਪਿਕ ਦੇ ਵਿੱਚ ਆਹ ਚੀਜ਼ ਲਿਖਦਾ ਹਾਂ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਸਮਝ ਆਏਗੀ, ਜਾਂ ਫਿਰ ਮੈਂ ਇਹਨੂੰ ਅੱਗੇ ਇਸ ਟੌਪਿਕ ਨੂੰ ਕਿਸੇ ਹੋਰ ਤਰੀਕੇ ਨਾਲ, ਇਹਨੂੰ ਕਿਸ ਤਰੀਕੇ ਨਾਲ, ਚੰਗੇ ਤਰੀਕੇ ਨਾਲ ਮੈਂ ਐਕਸਪਲੇਨ ਕਰ ਸਕਦਾ ਹਾਂ। Next thing you need to understand is when do you start preparing your sermon? ਤੇ ਦੂਸਰੀ ਜੋ ਧਿਆਨ ਦੇਣ ਵਾਲੀ ਗੱਲ ਹੈ ਕਿ ਤੁਸੀਂ ਕਦ ਸਟਾਰਟ ਕਰਦੇ ਹੋ ਆਪਣਾ ਉਪਦੇਸ਼ ਬਣਾਉਣਾ, ਉਹਨੂੰ ਤਿਆਰ ਕਰਨਾ। Some people start 5 minutes before they preach. ਤੇ ਕੁਝ ਲੋਕ ਸਿਰਫ 5 ਮਿੰਟ ਪਹਿਲਾਂ ਆਪਣੇ ਪ੍ਰਚਾਰ ਨੂੰ ਤਿਆਰ ਕਰਨਾ ਸ਼ੁਰੂ ਕਰਦੇ ਆ। Some people start 30 minutes before they preach. ਤੇ ਕੁਝ ਅੱਧਾ ਘੰਟਾ ਪਹਿਲਾਂ ਸ਼ੁਰੂ ਕਰਦੇ ਆ ਪ੍ਰਚਾਰ ਨੂੰ ਤਿਆਰ ਕਰਨਾ। I see David is smiling. Maybe he knows something that I don't know. ਮੈਂ ਦੇਖ ਰਿਹਾ ਕਿ ਡੇਵਿਡ ਹੱਸ ਰਿਹਾ, ਲੱਗਦਾ ਕੁਝ ਜਾਣੀ ਪਛਾਣੀ ਗੱਲ ਹੈ। Okay. So some people start maybe 1 day before, 2 days before. ਤੇ ਹੋ ਸਕਦਾ ਕੁਝ ਇੱਕ ਦਿਨ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿੰਦੇ ਆ ਜਾਂ ਫਿਰ 2 ਦਿਨ ਪਹਿਲਾਂ ਸ਼ੁਰੂ। I want to say this. You need to start as soon as you get the invitation. The moment you know you are going to be preaching on this and this date, you start preparing. ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿੱਦਾਂ ਹੀ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਪ੍ਰਚਾਰ ਦਾ ਸਮਾਂ ਜਾਂ ਫਿਰ ਤੁਹਾਨੂੰ ਪੁੱਛਿਆ ਗਿਆ ਹੈ ਇਸ ਚੀਜ਼ ਦੇ ਲਈ, ਤੇ ਤੁਸੀਂ ਉਸੇ ਟਾਈਮ, ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ, ਤੁਸੀਂ ਉਸੇ ਟਾਈਮ ਤੋਂ ਉਹਦੀ ਤਿਆਰੀ ਸ਼ੁਰੂ ਕਰ ਦਿਓ। The more time you give to yourself, the more effectively you're going to prepare your sermon. ਜਿੰਨਾ ਤੁਸੀਂ ਆਪਣੇ ਆਪ ਨੂੰ ਵੱਧ ਟਾਈਮ ਦਿਓਗੇ, ਜਿੰਨਾ ਸਮਾਂ ਤੁਸੀਂ ਆਪਣੇ ਆਪ ਨੂੰ ਦਿਓ, ਉਨਾ ਹੀ ਸਮਾਂ ਤੁਸੀਂ ਚੰਗੇ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਡਿਲੀਵਰ ਵੀ ਕਰ ਸਕੋਗੇ, ਬੋਲ ਸਕੋਗੇ। Second question is, some people ask, how many words, how much sermon should I write? How many words are enough for a sermon? ਕਈ ਵਾਰੀ ਲੋਕੀ ਇਦਾਂ ਦੇ ਕੁਐਸਚਨ ਪੁੱਛਦੇ ਆ ਕਿ ਮੈਨੂੰ ਕਿੰਨੀ ਦੇਰ ਬੋਲਣਾ ਹੈ ਤੇ ਮੈਨੂੰ ਕਿੰਨਾ ਬੋਲਣਾ ਹੈ। Or how much should I write? I mean, how much should I prepare? Sometimes maybe you prepare too less, but most of the time I believe people prepare too much. ਕਈ ਵਾਰੀ ਹੁੰਦਾ ਕਿ ਉਹ ਪੁੱਛਦੇ ਕਿ ਮੈਂ ਕਿੰਨਾ ਲਿਖਣਾ ਹੈ, ਕਿ ਜਿੱਦਾਂ ਕਿੰਨੇ ਪੇजेस ਲਿਖਣੇ ਆ, ਤੇ ਕਈ ਵਾਰੀ ਮੈਂ ਜ਼ਿਆਦਾਤਰ ਇਦਾਂ ਦੇਖਿਆ ਕਿ ਉਹ ਬਹੁਤ ਘੱਟ ਲਿਖਦੇ ਆ ਜਾਂ ਫਿਰ ਇੰਨਾ ਜ਼ਿਆਦਾ ਲਿਖ ਲੈਂਦੇ ਕਿ ਉਹ ਪੂਰਾ ਨਹੀਂ ਬੋਲਿਆ ਜਾ ਸਕਦਾ ਉਪਦੇਸ਼ ਦੇ ਦਿੱਤੇ ਗਏ ਸਮੇਂ ਦੇ ਵਿੱਚ। Because there's a problem with that. If you write too little, you will run out of time too quickly, and you will be just talking about things which are not relevant in order to make up the time, and then people will know that you haven't prepared well. You will be repeating things, and then people will know that this person really hasn't prepared much. ਕਈ ਵਾਰੀ ਇਦਾਂ ਹੁੰਦਾ ਕਿ ਜਦ ਆਪਾਂ ਬਹੁਤ ਹੀ ਛੋਟਾ ਲਿਖਦੇ ਆ, ਬਹੁਤ ਥੋੜਾ ਲਿਖ ਲੈਂਦੇ ਆ ਤੇ ਪ੍ਰਚਾਰ ਫਿਰ ਸ਼ੁਰੂ ਹੁੰਦਾ ਹੈ, ਫਿਰ ਉਹ ਕੀ ਹੁੰਦਾ ਕਿ ਦਿੱਤੇ ਗਏ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਹੈ। ਆਪਾਂ ਆਪਣੇ ਆਪ ਨੂੰ ਰਿਪੀਟ ਕਰਨਾ ਸ਼ੁਰੂ ਕਰ ਦਿੰਦੇ ਆ ਜਾਂ ਫਿਰ ਇੱਧਰ ਉੱਧਰ ਨਜਾਇਜ਼ ਗੱਲਾਂ ਕਰ, ਜੋ ਜਾਇਜ਼ ਨਹੀਂ ਹੈ, ਰੈਲੀਵੈਂਟ ਨਹੀਂ ਹੈ ਟੌਪਿਕ ਤੋਂ, ਉਸ ਤਰ੍ਹਾਂ ਦੀ ਗੱਲਾਂ ਕਰਨ ਲੱਗ ਜਾਂਦੇ ਆ, ਤੇ ਫਿਰ ਲੋਕੀ ਜੋ ਕੰਗਰੇਸ਼ਨ ਉਹ ਜਾਣ ਲੈਂਦੇ ਆ ਕਿ ਇਹਦੇ ਕੋਲ ਹੋਰ ਕੁਝ ਨਹੀਂ ਹੈ ਬੋਲਣ ਦੇ ਲਈ, ਗੱਪਾਂ ਮਾਰਨਾ ਸ਼ੁਰੂ ਕਰ ਦਿੰਦੇ ਆ, ਤੇ ਆਪਾਂ ਗੱਪਾਂ ਮਾਰਨਾ ਸ਼ੁਰੂ ਕਰ ਦਿੰਦੇ ਆ। So you need to prepare enough so you have enough material. And the problem with preparing too much is this, that sometimes you prepare so much and maybe you've only made your 2 points and you look at the watch, oh my God, half an hour is gone. And then you start to rush through the sermon, and then you are not coming out very clearly. And then the sermon wasn't very clear because you were rushing through everything. ਕਈ ਵਾਰੀ ਇਦਾਂ ਹੁੰਦਾ ਕਿ ਆਪਾਂ ਬਹੁਤ ਜ਼ਿਆਦਾ ਲਿਖ ਲੈਂਦੇ ਆ
फिर ਆਪਾਂ समय तो बाहर चले जाने ਆ फिर ਜਦੋਂ ਆਪਾਂ ਨੂੰ ਪ੍ਰੈਸ਼ਰ ਫੀਲ ਹੁੰਦਾ ਹੈ ਕਿ समय तो बाहर ਜਾਣ ਦਾ ਤੇ ਆਪਾਂ ਫਿਰ ਦੌੜ ਭੱਜ ਕਰਦੇ ਆ ਕਿ ਮੈਂ ਉਹ ਵੀ ਕਵਰ ਕਰ ਲਾਂ ਇਹ ਵੀ ਕਵਰ ਕਰ ਲਾਂ ਤੇ ਟੌਪਿਕ ਜਿਹੜਾ ਹੈ ਉਹ ਜ਼ਿਆਦਾਤਰ ਕਲੀਅਰ ਨਹੀਂ ਹੋ ਪਾਉਂਦਾ ਪੂਰੀ ਤਰ੍ਹਾਂ So, I want to give you a rule about how much you should prepare. Most of the time, in most categories, this rule will be good. ਤੇ ਮੈਂ ਤੁਹਾਨੂੰ ਇੱਕ ਰੂਲ ਦੱਸਣਾ ਚਾਹੂੰਗਾ ਕਿ ਇਸ ਦੌਰਾਨ ਤੁਸੀਂ ਕਿਵੇਂ ਬਣਾ ਸਕਦੇ ਹੋ ਤੇ ਕਿੰਨਾ ਲਿਖਣਾ ਹੈ ਤੇ ਇਹ ਤੁਹਾਨੂੰ ਰੂਲ ਬਹੁਤ ਮਦਦ ਕਰੇਗਾ Okay, this what I have in my hand is called an A4 sheet. You know the normal printing paper sheet that you have is an A4 sheet. Okay, this is one side and this is second side. It has two sides. It has two pages. One page number 1, page number 2. 4 of these sheets are very good for 40 to 45 minute sermon. ਤੇ ਜਿੱਦਾਂ ਬ੍ਰਦਰ ਨੇ ਸ਼ੀਟ ਦਿਖਾਈ ਕਿ ਇਹ A4 ਸਾਈਜ਼ ਦੀ ਨਾਰਮਲ ਸਾਈਜ਼ ਦੀ ਜੋ ਸ਼ੀਟ ਹੈ ਜੋ ਦੋਨੇ ਤਰਫ ਲਿਖੀ ਗਈ ਹੈ ਤੇ ਇਸ ਪ੍ਰਕਾਰ ਦੀ ਮੈਂ ਬਲੀਵ ਵਿਸ਼ਵਾਸ ਕਰਦਾ ਕਿ ਸਮਝਦਾ ਕਿ ਇਸ ਪ੍ਰਕਾਰ ਦੀ 4 ਸ਼ੀਟਸ ਵੀ ਜੇ ਤੁਸੀਂ ਲਿਖੋ ਤੇ ਉਹਦੇ ਲਈ ਜ਼ਿਆਦਾਤਰ 45 ਮਿੰਟਸ ਕਾਫੀ ਹੈ ਕਿ ਤੁਹਾਡੇ 45 ਮਿੰਟਸ ਦੇ ਲਈ ਇਹ 4 ਸ਼ੀਟਸ ਬਹੁਤ ਹੈ ਬਹੁਤ Okay. ਹੋਣਗੀ And I also want to say that a good sermon is not necessarily a very long sermon. You don't have to preach for 1 hour, 1 hour and a half. I like to preach for 40, 45 minutes. A lot of you have heard me preach. I don't preach very long. ਤੇ ਮੈਂ ਨਹੀਂ ਇਸ ਗੱਲ 'ਚ ਮੈਂ ਯਕੀਨ ਰੱਖਦਾ ਕਿ ਇੱਕ ਚੰਗਾ ਪ੍ਰਚਾਰ ਹੈ ਤੇ ਉਹ ਲੰਬਾ ਵੀ ਹੋਣਾ ਜ਼ਰੂਰੀ ਹੈ ਕਿਉਂਕਿ ਮੈਂ ਜ਼ਿਆਦਾਤਰ ਤੁਸੀਂ ਦੇਖਿਆ ਹੋਵੇਗਾ ਕਿ ਪ੍ਰਚਾਰ ਕਰਦਾ ਤੇ 40 ਤੇ 45 ਮਿੰਟਾਂ ਦੇ ਲਈ ਇਹਦੇ ਵਿੱਚ ਹੀ ਮੇਰਾ ਸਰਮਨ ਪੂਰਾ ਹੋ ਜਾਂਦਾ ਹੈ And I want to say, when you're writing a sermon, write everything you want to talk about, because sometimes we think, okay, yeah, I will remember to say that. No. When I write my sermon, I write everything that I want to say on Sunday. And then I go through those thoughts, go through those points, and I will explain how to write points as well. Then I go through everything, but write everything. And if you write everything, and if it is more than 8 pages, I think you're writing too much. You need to condense your writing into 4 pages, both sides. ਇਸ ਰੂਲ ਦੇ ਵਿੱਚ ਦੱਸਿਆ ਕਿ ਜਿੱਦਾਂ ਮੰਨ ਲਓ ਕਿ ਤੁਸੀਂ ਲਿਖਣਾ ਚਾਹੁੰਦੇ ਹੋ ਤੇ ਤੁਹਾਡੇ ਮਾਈਂਡ ਦੇ ਵਿੱਚ ਹੈ ਕਿ ਉਸ ਸਮੇਂ ਆ ਰਿਹਾ ਕਿ ਮੈਂ ਇਹਦੇ ਬਾਰੇ ਵੀ ਲਿਖਾਂ ਕਿ ਇਸ ਚੀਜ਼ ਨੂੰ ਵੀ ਲਿਖਾਂ ਤੇ ਮੈਂ ਸੁਝਾਅ ਦੇਣਾ ਕਿ ਇੱਕ ਵਾਰੀ ਉਸ ਚੀਜ਼ ਨੂੰ ਤੁਸੀਂ ਲਿਖ ਲਓ ਉਸ ਪੁਆਇੰਟ ਨੂੰ ਕਦੇ ਕਦੇ ਆਪਾਂ ਸੋਚਦੇ ਆ ਕਿ ਮੈਂ ਇਹ ਵਾਲਾ ਇਹ ਪੁਆਇੰਟ ਮੈਂ ਉਦੋਂ ਸਰਮਨ ਦੇ ਦੌਰਾਨ ਬੋਲ ਦਵਾਂਗਾ ਪਰ ਮੈਂ ਸੁਝਾਅ ਦੇਣਾ ਕਿ ਤੁਸੀਂ ਇੱਕ ਵਾਰੀ ਉਹਨੂੰ ਵੀ ਨੋਟ ਕਰ ਲਓ ਪਰ ਫਿਰ ਤੁਸੀਂ ਦੇਖਣਾ ਚੈੱਕ ਕਰਨਾ ਕਿ ਜੇ ਤੁਹਾਡੇ ਪੇजेस ਜੋ ਜੇ 4 ਸ਼ੀਟਸ ਤੋਂ 8 ਸ਼ੀਟਸ ਤੋਂ ਜ਼ਿਆਦਾ ਹੋ ਗਏ ਹੈ ਤੇ ਤੁਸੀਂ ਇਹਨੂੰ ਕੰਡੈਂਸ ਥੋੜਾ ਛੋਟਾ ਕਰਨਾ ਉਹਦੇ ਵਿੱਚੋਂ ਕੁਝ ਦੇਖਣਾ ਕਿ ਤੁਸੀਂ ਕੀ ਕੁਝ ਉਹਨੂੰ ਸਾਈਡ 'ਚ ਰੱਖ ਸਕਦੇ ਹੋ ਤੇ ਉਹਨੂੰ ਫਿਰ ਤੋਂ ਕੰਡੈਂਸ ਕਰਕੇ ਤੇ ਹੋ ਸਕੇ ਤਾਂ ਉਹਨੂੰ 4 ਸ਼ੀਟਸ ਦੇ ਵਿੱਚ ਲੈ ਕੇ ਆਉਣਾ Okay, the other thing you need to be mindful of is that when you are going to talk about a certain story or testimony as part of your sermon, make sure you time yourself, because sometimes you can write in your notes that, okay, I will give a testimony or story about a certain situation in my life. Now, that story can be 10, 15, 20 minutes long. So, you need to know how long you will take for that testimony, for that story. Priyanka is having some connection problem, I think. Okay, जो पॉइंट मैं दूसरा दे रहा था, जब तक प्रियंका रिकनेक्ट होती है, somebody can try to call her, कि जो आपकी जो बेसिकली जो सरमन में आपने जो स्टोरीज या टेस्टमनी कभी कभी बयान करनी होती हैं, उनको आप सोच लें, देख लें कि वो कितना टाइम लेंगी, क्योंकि कभी कभी हम माइंड में सोच तो लेते हैं कि हाँ ये मैं स्टोरी की या ये मैं टेस्टमनी दूंगा, लेकिन बाज़ औक़ात वो स्टोरी है, वो जो टेस्टमनी है वो बहुत ज़्यादा टाइम ले लेती है, 15-20 मिनट। तो वो स्टोरी को टेस्टमनी को शॉर्ट रखना भी बहुत ज़रूरी है। और एक दूसरा क्वेश्चन ये भी है कि फॉर एग्जांपल आप कितने स्क्रिप्चर्स आपको इंक्लूड करने चाहिए, हाउ मैनी स्क्रिप्चर्स यू शुड इंक्लूड इन योर सर्मन, दैट्स अ वेरी इंपॉर्टेंट क्वेश्चन एज वेल।
ਤੇ ਆਪਣੇ ਲਈ ਆ ਵੀ ਇੱਕ ਬਹੁਤ ਜ਼ਰੂਰੀ ਹੈ ਕਿ ਆਪਾਂ ਨੂੰ ਦੇਖਣਾ ਕਿ ਕਿੰਨੇ ਵਚਨ ਆਪਾਂ ਉਹਦੇ ਵਿੱਚ ਲਿਖ ਰਹੇ ਹਾਂ, ਕਿ ਆਪਾਂ ਕਿੰਨੇ ਵਚਨ ਯੂਜ਼ ਕਰਾਂਗੇ ਆਪਣੇ ਉਪਦੇਸ਼ ਦੇ ਵਿੱਚ। Sermon is not Bible reading time. ਤੇ ਜੋ ਉਪਦੇਸ਼ ਹੈ ਉਹ ਐਸਾ ਨਹੀਂ ਹੈ ਕਿ ਉਹਦੇ 'ਚ ਆਪਾਂ ਨੂੰ ਬਾਈਬਲ ਰੀਡ ਕਰਨੀ ਹੈ। A good sermon don't have too many scriptures. ਤੇ ਜਿਹੜਾ ਇੱਕ ਚੰਗਾ ਉਪਦੇਸ਼ ਹੁੰਦਾ ਹੈ, ਉਹਦੇ 'ਚ ਜ਼ਿਆਦਾ ਵਰਸਿਸ ਤੇ ਸਕ੍ਰਿਪਚਰਸ ਨਹੀਂ ਹੁੰਦੇ, ਵਚਨ ਨਹੀਂ ਹੁੰਦੇ। About 20 to 25% should be scriptures. The rest should be you preaching and talking about those scriptures. 20 ਤੱਕ ਹੋ ਸਕਦਾ ਕਿ ਉਸ 'ਚ ਤੁਸੀਂ ਸਕ੍ਰਿਪਚਰਸ ਜੋ ਵਚਨ ਹੈ ਤੁਸੀਂ ਲਿਖ ਸਕਦੇ ਹੋ, ਪਰ ਜੋ ਬਾਕੀ ਦਾ ਉਪਦੇਸ਼ ਹੈ ਸਾਰਾ ਉਹ ਜ਼ਿਆਦਾ ਤੋਂ ਜ਼ਿਆਦਾ ਐਵੇਂ ਹੋਏ ਕਿ ਤੁਹਾਡੀ ਤਰਫ ਤੋਂ ਹੋਏ ਕਿ ਤੁਸੀਂ ਕੀ ਆਪਣੀ ਤਰਫ ਤੋਂ ਉਹਨਾਂ ਨੂੰ ਦੇਣਾ ਚਾਹੁੰਦੇ ਹੋ। The other thing is, I want to say it's a very, very important and a very, very good tip. When you are going to preach or teach, make sure, by the way, preaching and teaching are two different things. Maybe another day we will talk about teaching. When you are going to preach in a church, make sure you are not doing long readings, long passages, long readings. I will tell you why that is important. ਤੇ ਮੈਂ ਇਹ ਵੀ ਦੱਸਣਾ ਚਾਹੂੰਗਾ, ਇੱਕ ਆ ਵੀ ਬਹੁਤ ਇੰਪੋਰਟੈਂਟ ਟਿਪ ਹੈ ਤੇ ਕਿਸੇ ਹੋਰ ਦਿਨ ਆਪਾਂ ਇਹਦੇ ਤੇ ਗੱਲ ਵੀ ਕਰਾਂਗੇ ਕਿ ਸਿਖਾਉਣ ਦੇ ਵਿੱਚ ਤੇ ਪ੍ਰਚਾਰ ਦੇ ਵਿੱਚ ਬਹੁਤ ਇੱਕ ਅੰਤਰ ਹੈ। ਤੇ ਮੈਂ ਇਹ ਟਿਪ ਦੇਣਾ ਚਾਹੂੰਗਾ ਕਿ ਜਦ ਵੀ ਤੁਸੀਂ ਪ੍ਰਚਾਰ ਕਰਦੇ ਹੋ ਤੇ ਉਹਦੇ ਵਿੱਚ ਐ ਨਾ ਹੋਏ ਕਿ ਤੁਸੀਂ ਉਹਨੂੰ ਬਹੁਤ ਲੰਬਾ ਕਰ ਦਿਓ ਸਮਝਾਉਣ ਦੇ ਵਿੱਚ। No, what I mean that don't take long readings of the scriptures, you know. ਤੇ ਜੋ ਵਚਨ ਹੈ ਤੇ ਕਈ ਵਾਰੀ ਜਿੱਦਾਂ ਆਪਾਂ ਬਾਈਬਲ ਦੇ ਵਿੱਚੋਂ ਕੁਝ ਰੀਡ ਕਰਦੇ ਆ ਜਾਂ ਆਪਾਂ ਵਚਨ ਰੀਡ ਕਰਦੇ ਆ ਤੇ ਧਿਆਨ ਰਹੋ, ਮੇਕ ਸ਼ੋਰ ਕਿ ਉਹ ਬਹੁਤ ਲੰਬੀ ਦੇਰ ਤੱਕ ਤੁਸੀਂ ਉਹਨੂੰ ਨਾ ਰੀਡ ਕਰਦੇ ਜਾਂ ਬਹੁਤ ਲੰਬਾ ਨਾ ਹੋਏ ਰੀਡ ਕਰਨ ਵਾਲਾ ਪੈਸੇਜ। Take one scriptures or two scriptures, break, explain, talk about it, and then move on. Sometimes you can, if there is a long story, you can paraphrase that story, like bring it in your own words, give a summary of that story, you know. ਤੇ ਜੇ ਤੁਹਾਨੂੰ ਲੱਗਦਾ ਕਿ ਪੈਸੇਜ ਜੋ ਸਟੋਰੀ ਤੁਸੀਂ ਚੂਜ਼ ਕੀਤੀ ਹੈ ਬਹੁਤ ਲੰਬੀ ਹੈ ਤੇ ਫਿਰ ਇਦਾਂ ਕਰ ਸਕਦੇ ਹੋ ਕਿ ਪਹਿਲੇ ਇੱਕ ਜਾਂ ਦੋ ਵਰਸਿਸ ਪੜ੍ਹ ਕੇ ਫਿਰ ਉਹਨੂੰ ਐਕਸਪਲੇਨ ਕਰਕੇ ਜੋ ਵੀ ਤੁਸੀਂ ਆਪਣਾ ਬੋਲਣਾ ਚਾਹੁੰਦੇ ਹੋ ਉਸ ਤੋਂ ਬਾਅਦ ਨੈਕਸਟ ਵਰਸਿਸ ਨੂੰ ਲੈ ਸਕਦੇ ਹੋ, ਜਾਂ ਫਿਰ ਪੂਰੇ ਪੈਸੇਜ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਵੀ ਸ਼ਾਰਟਲੀ ਬੋਲ ਕੇ ਦੱਸ ਸਕਦੇ ਹੋ। I mean, you will know, for example, sometimes, you know, when you are listening to somebody preaching and when they open the Bible and when they start reading and then reading and reading and reading, and some people are like, you know, it's like it's becoming boring, it's becoming a little bit like, you know, you're not engaging with people. Long readings are not ideal. You take the most important verse part of your reading and you talk about it. ਤੇ ਕਈ ਵਾਰੀ ਆਪਾਂ ਦੇਖਿਆ ਹੋਏਗਾ ਕਿ ਆਪਾਂ ਪ੍ਰਚਾਰ ਸੁਣਦੇ ਆ ਜਾਂ ਫਿਰ ਤੇ ਉਹ ਜਦ ਬਾਈਬਲ ਖੋਲਦੇ ਤੇ ਉਹ ਫਿਰ ਪੜ੍ਹੀ ਜਾਂਦੇ ਆ ਤੇ ਆਪਾਂ ਦੇਖਦੇ ਆ ਕਿ ਕੋਈ ਵਾਸੀਆਂ ਲੈ ਰਹੇ ਹੁੰਦੇ ਆ ਤੇ ਆਪਾਂ ਬੋਰ ਹੋ ਜਾਂਦੇ ਆ ਕਿ ਇੱਕ ਤਰ੍ਹਾਂ ਕਨੈਕਸ਼ਨ ਟੁੱਟ ਜਾਂਦਾ ਉਹਨਾਂ ਦੇ ਨਾਲ ਕਿਉਂਕਿ ਉਹ ਰੀਡਿੰਗ ਦੇ ਵਿੱਚ ਐਂਗੇਜ ਹੋ ਜਾਂਦੇ ਆ। ਤੇ The other thing you need to know is this, that if you are still learning in terms of your delivery and in terms of how to preach effectively in terms of the body language, I believe that Pastor Johnny has done some training about delivery and how to preach effectively. But I just want to say this, is this, that practice. When I started preaching, trust me, I was used to write all my sermons and I will preach those sermons in front of a mirror. I will preach them to my wife, I will preach them to myself, and I will preach and I will practice before Sunday. ਇੱਕ ਹੋਰ ਗੱਲ ਕਿ ਆਪਾਂ ਉਹਦੇ ਬਾਰੇ ਸੁਣਿਆ ਹੋਏਗਾ, ਪਾਸਟਰ ਜੌਨੀ ਤੋਂ ਆਪਾਂ ਸਿੱਖਿਆ ਹੋਏਗਾ ਕਿ ਇੱਕ ਪ੍ਰਚਾਰ ਨੂੰ ਜੋ ਉਪਦੇਸ਼ ਹੈ ਉਹਨੂੰ ਡਿਲੀਵਰ ਕਿਸ ਤਰੀਕੇ ਨਾਲ ਕਰਨਾ ਹੈ, ਉਹਨੂੰ ਬੋਲਣਾ ਕਿਸ ਤਰੀਕੇ ਨਾਲ ਹੈ, ਤੇ ਉਹਦੇ ਬਾਰੇ ਵੀ ਆਪਾਂ ਸਿੱਖਿਆ ਹੈ। ਤੇ ਬ੍ਰਦਰ ਦੱਸ ਰਹੇ ਕਿ ਖਾਸ ਕਰ ਜਦ ਉਹ ਪ੍ਰਚਾਰ ਕਰਦੇ ਸੀ ਉਹਨਾਂ ਦੇ ਪਹਿਲੇ ਦੇ ਸਮੇਂ ਦੇ ਵਿੱਚ ਉਹ ਹਮੇਸ਼ਾ ਆਪਣਾ ਸਰਮਨ ਆਪਣਾ ਉਪਦੇਸ਼ ਤਿਆਰ ਕਰਦੇ ਸੀ, ਫਿਰ ਉਹ ਪ੍ਰੈਕਟਿਸ ਕਰਦੇ ਸੀ ਪਹਿਲਾਂ ਆਪਣੇ ਆਪ ਦੇ ਨਾਲ ਮਿਰਰ ਦੇ ਵਿੱਚ, ਫਿਰ ਆਪਣੇ ਵਾਈਫ ਨੂੰ ਸੁਣਾਉਂਦੇ ਸੀ ਜਾਂ ਫਿਰ ਕਿਸੇ ਦੇ ਅੱਗੇ ਜਾ ਕੇ ਉਹ ਪ੍ਰੈਕਟਿਸ ਕਰਦੇ ਸੀਗੇ। Because this practicing will help you to time yourself. Timing is absolutely important. Sticking to the time that is given to you is absolutely important. If you have 40 minutes, you to take 40 minutes. You don't take 45 minutes, you don't take 50 minutes. If you get 40 minutes, you take 40 minutes. And it's important to practice. ਤੇ ਇਹਦੇ ਵਿੱਚ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਹੈ। ਤੇ ਪ੍ਰੈਕਟਿਸ ਕਿਉਂ ਜ਼ਰੂਰੀ ਹੈ? ਤਾਂ ਕਿ ਆਪਾਂ ਉਸ ਟਾਈਮ ਲਿਮਿਟ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿਟ ਕਰ ਸਕੀਏ ਜੋ ਆਪਾਂ ਨੂੰ ਟਾਈਮ ਲਿਮਿਟ ਦਿੱਤਾ ਗਿਆ।
ਤੇ ਐਵੇਂ ਕਦੇ ਵੀ ਨਾ ਹੋਏ ਕਿ ਆਪਾਂ ਨੂੰ ਜੇ 40 ਮਿੰਟ ਦਿੱਤੇ ਗਏ ਤੇ ਆਪਾਂ ਉਹਨੂੰ 45 ਕਰ ਦਿੱਤਾ ਜਾਂ ਫਿਰ 5 ਮਿੰਟ ਐਕਸਟਰਾ ਲੈ ਲਈ ਜਾਂ ਫਿਰ 15 ਮਿੰਟ ਵੀ ਉੱਪਰ ਚੱਲ ਤੇ ਤਾਂ ਕਰਕੇ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਟਾਈਮ ਲਿਮਿਟ ਦੇ ਵਿੱਚ ਬਿਠਾਉਣ ਦੇ ਲਈ Another tip I want to give is this, that every sermon you preach, make sure you keep a record of your sermon. ਤੇ ਦੂਸਰੀ ਟਿਪ ਜੋ ਮੈਂ ਦੇਣਾ ਚਾਹੂੰਗਾ ਕਿ ਇਸ ਚੀਜ਼ ਦਾ ਹਮੇਸ਼ਾ ਇੱਕ ਰਿਕਾਰਡ ਰੱਖਣਾ ਆਪਣੇ ਕੋਲ ਕਿ ਜੋ ਜੋ ਸਰਮਨ ਤੁਸੀਂ ਤਿਆਰ ਕੀਤੇ ਜੋ ਪ੍ਰਚਾਰ ਕੀਤੇ ਜੋ ਉਪਦੇਸ਼ ਦਿੱਤੇ ਉਹਨਾਂ ਦਾ ਰਿਕਾਰਡ ਆਪਣੇ ਕੋਲ ਰੱਖਣਾ I want to show you my record of my sermons. Okay, this is the box of my sermons. Inside is every sermon that I have preached here, and I think I've preached hundreds of times. There are hundreds of sermons in here, and other notebooks and everything. I have record of all those sermons, and it is also important to record, if you can, where you preach those sermons, when you preach those sermons, and I'll explain why. ਜੋ ਆਪਾਂ ਬ੍ਰਦਰ ਦਿਖਾਏ ਕਿ ਉਹਨਾਂ ਦੇ ਸਾਰੇ ਰਿਕਾਰਡਸ ਜੋ ਉਹਨਾਂ ਨੇ ਸੰਭਾਲ ਕੇ ਰੱਖੇ ਆਪਣੇ ਪ੍ਰਚਾਰ ਦੇ ਆਪਣੇ ਉਪਦੇਸ਼ ਤੇ ਆਪਾਂ ਨੂੰ ਟਿਪ ਦੇ ਰਹੇ ਕਿ ਹੋ ਸਕੇ ਤੇ ਆਪਾਂ ਉਹਨਾਂ ਦਾ ਵੀ ਇੱਕ ਰਿਕਾਰਡ ਰੱਖੀਏ ਕਿ ਉਹ ਕਿਸ ਸਮੇਂ ਤੇ ਕਿੱਥੇ ਪ੍ਰਚਾਰ ਕੀਤੇ ਗਏ ਸੀ ਉਪਦੇਸ਼ ਮੈਂ ਕਿੱਥੇ ਕਿੱਥੇ ਦਿੱਤੇ ਸੀਗੇ ਕਿ ਕੁਝ ਵੀ ਕਿ ਉਹ ਲੋਕੀ ਕਿਦਾਂ ਦੇ ਸੀ ਜਾਂ ਫਿਰ ਕਿਹੜਾ ਟਾਈਮ ਸੀਗਾ ਜਦ ਮੈਂ ਉਹ ਉਪਦੇਸ਼ ਦਿੱਤੇ ਸੀ So keeping a record of the sermon is important because you can use that sermon again in a different place. ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ ਤੇ ਹੋ ਸਕਦਾ ਆਪਾਂ ਨੂੰ ਰਿਕਾਰਡ ਹੈ ਉਹ ਹੋ ਨਹੀਂ ਸਕਦਾ ਪਰਫੈਕਟਲੀ ਆਪਾਂ ਨੂੰ ਮਦਦ ਕਰੇਗਾ ਆ ਸਾਰੇ ਰਿਕਾਰਡਸ ਕੇ ਜੇ ਆਪਾਂ ਨੂੰ ਫਿਰ ਕਦੇ ਆਪਾਂ ਉਸ ਉਪਦੇਸ਼ ਨੂੰ ਆਪਾਂ ਦੇਣ ਦੇ ਲਈ ਯੂਜ਼ ਕਰ ਸਕਦੇ ਹਾਂ First I was used to think that I have to write a new sermon every time I preach in different places. ਪਹਿਲਾਂ ਮੈਂ ਸੋਚਦਾ ਸੀਗਾ ਕਿ ਹਰ ਇੱਕ ਨਵੀਂ ਜਗ੍ਹਾ ਦੇ ਵਿੱਚ ਮੈਨੂੰ ਨਵਾਂ ਹੀ ਪ੍ਰਚਾਰ ਹੁਣ ਤਿਆਰ ਕਰਨਾ ਪਏਗਾ ਉਹਦੇ ਲਈ So when I went on my first mission 10 years ago, I realized that I cannot do that. I can use some of my old sermons as well. ਤੇ ਫਿਰ ਜਦੋਂ ਮੈਂ 10 ਸਾਲ ਪਹਿਲੇ ਮੈਂ ਗਿਆ ਕਿਤੇ ਤੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਉਦੋਂ ਮੈਂ ਇਸ ਗੱਲ ਨੂੰ ਰਿਅਲਾਈਜ਼ ਕੀਤਾ ਸਮਝਿਆ ਕਿ ਨਹੀਂ ਇਦਾਂ ਤਾਂ ਮੈਂ ਨਹੀਂ ਕਰ ਸਕੂੰਗਾ ਪਰ ਮੈਂ ਆਪਣੇ ਜੋ ਪੁਰਾਣੇ ਜੋ ਰਿਕਾਰਡਸ ਹੈ ਮੇਰੇ ਉਪਦੇਸ਼ ਤੇ ਜੋ ਮੈਂ ਦੇ ਚੁੱਕਿਆ ਮੈਂ ਉਹਨਾਂ ਨੂੰ ਵੀ ਵਰਤ ਸਕਦਾ ਹਾਂ You are going to be preaching a lot in future, and now is the time to start recording and keeping a record of all your sermons. ਸੱਚਮੁੱਚ ਤੁਸੀਂ ਵੀ ਭਵਿੱਖ ਦੇ ਵਿੱਚ ਬਹੁਤ ਥਾਵਾਂ ਤੇ ਜਾਓਗੇ ਬਹੁਤ ਵਾਰੀ ਉਪਦੇਸ਼ ਦੇਣ ਜਾਓਗੇ ਤੇ ਚੰਗੀ ਗੱਲ ਹੈ ਕਿ ਜੇ ਤੁਸੀਂ ਉਹਨਾਂ ਦਾ ਰਿਕਾਰਡ ਰੱਖੋ ਤੇ ਇਹ ਤੁਹਾਡੇ ਲਈ ਬਹੁਤ ਮਦਦਗਾਰ The other tip I want to give is this, that when you're writing a sermon, put your heart, put your soul into it, not just mind, not just thinking, but you need to put yourself into it, that if you are preaching that sermon to yourself. ਤੇ ਇੱਕ ਹੋਰ ਟਿਪ ਦੇਣਾ ਚਾਹੂੰਗਾ ਉਹ ਇਹ ਕਿ ਜਦ ਤੁਸੀਂ ਆਪਣੇ ਉਪਦੇਸ਼ ਦੀ ਤਿਆਰੀ ਕਰਦੇ ਹੋ ਲਿਖ ਰਹੇ ਹੋ ਤੇ ਸਿਰਫ ਤੁਸੀਂ ਉਸੇ ਆਪਣਾ ਮਾਈਂਡ ਹੀ ਨਹੀਂ ਉਸ 'ਚ ਪਾਓ ਪਰ ਆਪਣੇ ਪੂਰੇ ਜੋਸ਼ ਦੇ ਨਾਲ ਆਪਣੇ ਪੂਰੇ ਦਿਲ ਦੇ ਨਾਲ ਪੂਰੀ ਰੂਹ ਦੇ ਨਾਲ ਉਹਨੂੰ ਤਿਆਰ ਕਰੋ ਕਿ ਜੋ ਕੁਝ ਤੁਸੀਂ ਉਸ 'ਚ ਪਾਉਣਾ ਚਾਹੁੰਦੇ ਹੋ ਸਿਰਫ ਆਪਣਾ ਮਾਈਂਡ ਹੀ ਨਹੀਂ Now, last point, last tip, and then I'm going to show you guys some other points, practical points in terms of sermon construction, like how sermon should be constructed in what parts. So we are coming to a close, maybe another 10-15 minutes, and then we'll finish. One thing you need to understand is this, that you guys are all learning the word of God. You are progressing further in your walk with God. So the next point that I want to make is very important. ਹੁਣ ਮੈਂ ਆਪਾਂ ਫਿਰ ਅੱਗੇ ਵੀ ਇਹਦੇ ਬਾਰੇ ਗੱਲ ਕਰਦੇ ਰਵਾਂਗੇ ਪਰ ਇੱਕ ਇੰਪੋਰਟੈਂਟ ਪੁਆਇੰਟ ਮੈਂ ਦੱਸਣਾ ਚਾਹੁੰਦਾ ਇਸ ਤੋਂ ਪਹਿਲਾਂ ਕਿ ਆਪਾਂ ਨੈਕਸਟ ਟੌਪਿਕ ਤੇ ਗੱਲ ਕਰੀਏ ਕਿ ਜੋ ਕੰਸਟਰਕਸ਼ਨ ਦੇ ਬਾਰੇ ਹੈ ਕਿ ਇੱਕ ਉਹਦਾ ਨਿਰਮਾਣ ਕੀਤਾ ਕਿਵੇਂ ਬਣਾਇਆ ਕਿੱਦਾਂ ਜਾਂਦਾ ਹੈ ਉਪਦੇਸ਼ ਤੇ ਉਸ ਤੋਂ ਪਹਿਲਾਂ ਮੈਂ ਇੱਕ ਬਹੁਤ ਇੰਪੋਰਟੈਂਟ ਟਿਪ ਇੱਕ ਹੋਰ ਦੱਸਣਾ ਚਾਹੁੰਦਾ And that is that we need to understand the difference between Old Testament theology and New Testament theology. ਤੇ ਉਹ ਹੈ ਕਿ ਇੱਕ ਜੋ ਨਵਾਂ ਨਿਯਮ ਤੇ ਇੱਕ ਪੁਰਾਣਾ ਨਿਯਮ ਹੈ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਨਾ ਥਿਓਲੋਜੀ ਕਿ ਉਹਦੀ ਸਟੱਡੀਜ਼ ਉਹਦੇ A lot of people, a lot of believers, a lot of mature believers don't even understand this point. ਬਹੁਤ ਸਾਰੇ ਜਿਹੜੇ ਵੱਡੇ ਮਸੀਹ ਨੇ ਜਿਹੜੇ ਕਿ ਪ੍ਰਭੂ ਵਿੱਚ ਬਹੁਤ ਵੱਧ ਚੁੱਕੇ ਹੈ ਉਹ ਵੀ ਇਸ ਫਰਕ ਨੂੰ ਨਹੀਂ ਜਾਣਦੇ
For example, in the Old Testament, there are 626, I believe, maybe I'm not correct there, but there are hundreds of laws which were given. Do we follow all those laws? No, we don't follow all those laws because we live under the New Testament grace of Lord Jesus Christ. ਤੇ ਉਦਾਹਰਣ ਦੇਣਾ ਕਿ ਜਿੱਦਾਂ 올ਡ ਟੈਸਟਮੈਂਟ ਹੈ ਜੋ ਪੁਰਾਣਾ ਨਿਯਮ ਹੈ ਉਹਦੇ ਵਿੱਚ ਲਗਭਗ ਕੇ ਪੂਰੀ ਤਰ੍ਹਾਂ ਪਰ ਲਗਭਗ ਇੰਨੀ ਕਿ 626 ਇੰਨੀਆਂ ਕਾਨੂੰਨ ਹੈਗੇ ਕਿ ਆਪਾਂ ਸਾਰੇ ਕਾਨੂੰਨਾਂ ਨੂੰ ਮੰਨਦੇ ਆ ਜੋ ਪੁਰਾਣੇ ਨਿਯਮ ਦੇ ਨਹੀਂ ਪਰ ਜਿੱਦਾਂ ਕਿਉਂਕਿ ਆਪਾਂ ਸਾਰੇ ਨਵੇਂ ਨਿਯਮ ਦੇ ਅਧੀਨ ਹਾਂ ਆਪਾਂ ਉਹਦੇ ਮੁਤਾਬਿਕ ਜੀਵਨ ਜੀਣਾ ਜੋ ਕਿ ਅਨੁਗ੍ਰਹਿ ਦੇ ਨਾਲ ਹੈ A lot of things in the Old Testament, in fact most of the things of the Old Testament, they were what we call the foreshadow. They were foretelling the coming of Lord Jesus Christ. They are fulfilled in the coming of the Lord Jesus Christ. ਪੁਰਾਣੇ ਨਿਯਮ ਦੇ ਵਿੱਚ ਜ਼ਿਆਦਾਤਰ ਕੀ ਹੈ ਕਿ ਇੱਕ ਤਰ੍ਹਾਂ ਕਹਿ ਲਓ ਕਿ ਭਵਿੱਖਬਾਣੀਆਂ ਨੇ ਜ਼ਿਆਦਾਤਰ ਭਵਿੱਖਬਾਣੀਆਂ ਨੇ ਆਉਣ ਵਾਲੇ ਸਮੇਂ ਦੀਆਂ ਜੋ ਕਿ ਪੂਰੀ ਹੋਈਆਂ ਜਦ ਯਿਸੂ ਮਸੀਹ ਆਏ So for example, yes, I can talk about the story of Noah and the ark. ਕਿ ਉਦਾਹਰਣ ਤੇ ਆਪਾਂ ਦੇਖਦੇ ਕਿ ਹਾਂ ਮੈਂ ਇਹਦੇ ਉੱਪਰ ਵੀ ਮੈਂ ਬੋਲ ਸਕਦਾ ਕਿ ਨੋਆ ਤੇ ਜਿਹਨਾਂ ਜੋ ਆਪਣੇ ਜਹਾਜ਼ ਬਣਾਇਆ ਸੀ But what does it mean according to the New Testament? ਪਰ ਜੇ ਮੰਨ ਲਓ ਆਪਾਂ ਇਹਦੇ ਉੱਤੇ ਬੋਲਦੇ ਹਾਂ ਨੋਆ ਤੇ ਉਹਦਾ ਜਹਾਜ਼ ਜੋ ਪੁਰਾਣੇ ਨਿਯਮ ਤੇ ਪਰ ਜੇ ਆਪਾਂ ਦੇਖੀਏ ਕਿ ਉਹਦਾ ਕੀ ਮਤਲਬ ਕੀ ਹੈ ਉਹ ਕੀ ਕਹਿ ਰਿਹਾ ਨਵੇਂ ਨਿਯਮ ਦੇ ਵਿੱਚ ਉਹਦਾ ਕੀ ਮਤਲਬ ਉਹ ਕੀ ਕਹਿ ਰਿਹਾ Jesus Christ is a symbolic of Noah. Noah was symbolic of Jesus Christ, in other words. Jesus Christ fulfills that character and he has built an ark which is the church of Lord Jesus Christ, and everybody who comes to Lord Jesus Christ comes into the ark that Noah talked about in the Old Testament. So this is what I'm saying. There is a bridge. There is a bridge that we cross from the Old Testament into the New Testament. And as a preacher, it is your responsibility to make that link from the old into the new. ਇੱਕ ਪ੍ਰਚਾਰਕ ਹੋਣ ਦੇ ਮੁਤਾਬਿਕ ਇਹ ਤੁਹਾਡੀ ਡਿਊਟੀ ਬਣਦੀ ਹੈ ਕਿ ਜਿਵੇਂ ਆਪਣੇ ਬ੍ਰਦਰ ਨੇ ਸਮਝਾਇਆ ਕਿ ਆਪਾਂ ਮੰਨ ਲਓ ਜੇ ਆਪਾਂ ਨੋਆ ਤੇ ਉਹਦੇ ਆਰਕ ਦੇ ਬਾਰੇ ਲਿਖਿਆ ਆਪਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਹਦਾ ਮਤਲਬ ਨਵੇਂ ਬਾਈਬਲ ਦੇ ਵਿੱਚ ਕਿ ਨਵੇਂ ਟੈਸਟਾਮੈਂਟ ਦੇ ਵਿੱਚ ਆਪਾਂ ਉਹਨੂੰ ਕਿਵੇਂ ਸਮਝਾਵਾਂਗੇ ਨਵੇਂ ਨਿਯਮ ਦੇ ਵਿੱਚ ਤੇ ਦੇਖਿਆ ਜਾਏ ਤੇ ਜਿਵੇਂ ਨੋਆ ਪੁਰਾਣੇ ਨਿਯਮ 'ਚ ਸੀਗਾ ਉਦਾਂ ਹੀ ਯਿਸੂ ਮਸੀਹ ਦਰਸਾਉਂਦੇ ਆ ਨਵੇਂ ਨਿਯਮ ਦੇ ਵਿੱਚ ਆਪਣੇ ਆਪ ਨੂੰ ਤੇ ਜਿਵੇਂ ਆਰਕ ਸੀਗਾ ਜਿਵੇਂ ਉਹਨੇ ਜਹਾਜ਼ ਬਣਾਇਆ ਸੀ ਬਚਣ ਦੇ ਲਈ ਯਿਸੂ ਮਸੀਹ ਨੇ ਕੀ ਕੀਤਾ ਕਲੀਸਿਆ ਖੜੀ ਕੀਤੀ ਕਿ ਜੋ ਕੋਈ ਉਸ ਜਹਾਜ਼ ਦੇ ਵਿੱਚ ਜੋ ਕੋਈ ਉਸ ਕਲੀਸਿਆ ਦੇ ਵਿੱਚ ਆਏਗਾ ਉਹ ਸ਼ਿਫਾ ਪਾਏਗਾ ਉਹ ਬਚਾਇਆ ਜਾਏਗਾ ਤੇ ਤਾਂ ਕਰਕੇ ਇੱਕ ਪ੍ਰਚਾਰਕ ਦੀ ਉਪਦੇਸ਼ਕ ਦੀ ਜੋ ਦਿੰਦਾ ਹੈ ਉਹਦੀ ਡਿਊਟੀ ਹੈ ਕਿ ਉਹ ਜੋ ਪੁਰਾਣੇ ਨਿਯਮ ਚੋਂ ਲੈਂਦਾ ਹੈ ਜਾਂ ਫਿਰ ਨਵੇਂ ਨਿਯਮ ਚੋਂ ਲੈਂਦਾ ਹੈ ਤੇ ਉਹਨੂੰ ਸੰਭਾਲ ਕੇ ਉਹਨੂੰ ਇੱਕ ਦੇਖ ਸਕੇ ਕਿ ਉਹ ਆਪਸ 'ਚ ਕਨੈਕਟ ਕਿਵੇਂ ਕਰਦੇ ਉਹ ਬ੍ਰਿਜ ਕਿਵੇਂ ਇੱਕ ਦੂਸਰੇ ਨਾਲ ਕਨੈਕਟ ਹੁੰਦਾ ਹੈ ਨਵੇਂ ਤੋਂ ਲੈ ਕੇ ਪੁਰਾਣੇ ਤੇ ਪੁਰਾਣੇ ਤੋਂ ਨਵੇਂ Now that is a very big subject and we can talk about it another day, but you need to be mindful of this when you are preaching, that we are not just preaching from the Old Testament. We are preaching from the New Testament as well. We are not preaching that, you have to be absolutely pure, otherwise you cannot come to God. No, in the New Testament, you can come to God the way you are because Jesus Christ has torn the veil by sacrificing his life on the cross, and you can access God and he can save you and he can deliver you. ਤਾਂ ਕਰਕੇ ਜੋ ਇਸ ਚੀਜ਼ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਨਵੇਂ ਨਿਯਮ ਤੇ ਪੁਰਾਣੇ ਨਿਯਮ ਦੇ ਵਿੱਚ ਤੇ ਉਹਨਾਂ ਨੂੰ ਜਿਵੇਂ ਆਪਾਂ ਨੇ ਸਟੋਰੀ ਦੇ ਵਿੱਚ ਦੇਖਿਆ ਕਿ ਕਨੈਕਟ ਕਿਵੇਂ ਕਰਦੇ ਤੇ ਯਿਸੂ ਮਸੀਹ ਜੋ ਕਿ ਨਵੇਂ ਨਿਯਮ ਦੇ ਆਪਾਂ ਅਨੁਸਾਰ ਚੱਲਦੇ ਆ ਉਹ ਹੈ ਕਿ ਆਪਾਂ ਅਨੁਗ੍ਰਹਿ ਦੇ ਅਧੀਨ ਆ ਤੇ ਆਪਣੇ ਲਈ ਉਹ ਲਾਜ਼ ਜਿਹੜੀਆਂ ਪੁਰਾਣੇ ਨਿਯਮ 'ਚ ਹੈ ਕਿ ਇਹ ਚੀਜ਼ ਨੂੰ ਪੂਰਾ ਕਰਨਾ ਉਸ ਚੀਜ਼ ਨੂੰ ਪੂਰਾ ਕਰਨਾ ਤੇ ਜਿਵੇਂ ਆਪਾਂ ਕਿਉਂਕਿ ਨਵੇਂ ਨਿਯਮ ਦੇ ਅਧੀਨ ਹਾਂ ਤੇ ਆਪਾਂ ਅਨੁਗ੍ਰਹਿ ਦੇ ਦੁਆਰਾ ਬਚਾਏ ਗਏ ਹਾਂ ਨਾ ਕਿ ਉਸ ਲਾਜ਼ ਨੂੰ ਪੂਰਾ ਕਰਨ ਦੇ ਮੁਤਾਬਿਕ ਪਰ ਅਨੁਗ੍ਰਹਿ ਦੇ ਨਾਲ ਪਰਮੇਸ਼ਰ ਦੇ ਬਚਾਏ ਗਏ ਆ ਕਿ ਯਿਸੂ ਮਸੀਹ ਤੇ ਵਿਸ਼ਵਾਸ ਲੈਣ ਦੇ ਨਾਲ ਉਹਨੇ ਆਪਾਂ ਨੂੰ ਬਚਾਇਆ ਹੈ Amen. Now I want to talk about how a very simple steps how you can structure your sermon, the start, the middle, the explanation and the ending. Simple. And then we will finish and I will take some questions and maybe we can have a little bit of a discussion.
and I will give you guys a homework to do as well. ਤੁਹਾਨੂੰ ਹੋਮਵਰਕ ਵੀ ਦਿੱਤਾ ਜਾਏਗਾ ਅੱਜ ਤੇ ਹੁਣ ਗੱਲ ਕਰਦੇ ਆ ਬ੍ਰਦਰ ਉਹਦੇ ਬਾਰੇ ਦੱਸਣਗੇ ਕਿ ਜੋ ਇੱਕ ਉਪਦੇਸ਼ ਹੈ ਉਹਨੂੰ ਬਣਾਉਣਾ ਕਿਸ ਤਰੀਕੇ ਹੈ ਕਿ ਪਹਿਲਾਂ ਕੀ ਆਏਗਾ ਫਿਰ ਦੂਸਰਾ ਕਿ ਟਾਈਟਲ ਉਹਦਾ ਕਿੱਦਾਂ ਲਿਖਿਆ ਜਾਏ ਫਿਰ ਉਹਦਾ ਮਿਡਲ 'ਚ ਕੀ ਲਿਖਿਆ ਜਾਏ ਉਹਦੀ ਐਂਡਿੰਗ ਕਿੱਦਾਂ ਦੀ ਹੋਏ ਉਹ ਸਭ ਕੁਝ ਕਿ ਉਹਨੂੰ ਫਰੇਮ ਕਿਵੇਂ ਕਰਨਾ Can you see my screens? ਯੈਸ Okay. So first thing in a sermon is the opening part of the sermon. This is the first part of the sermon. This should be probably first half of your first page or maybe just the first page. That is what is the opening of the sermon. ਚੀਜ਼ ਕੀ ਆਪਾਂ ਦੇਖਦੇ ਜਦ ਤੁਸੀਂ ਉਪਦੇਸ਼ ਲਿਖਦੇ ਹੋ ਤਿਆਰ ਕਰਦੇ ਹੋ ਤੇ ਉਸ ਚਾਹੇਗਾ ਕਿ ਓਪਨਿੰਗ ਤੇ ਉਹਦੀ ਸ਼ੁਰੂਆਤ ਕਿੱਦਾਂ ਕੀਤੀ ਜਾਏ ਤੇ ਇਹ ਲਗਭਗ ਹੋ ਸਕਦਾ ਤੁਹਾਡਾ ਹਾਫ ਪੇਜ ਜਿੱਥੇ ਤੁਸੀਂ ਲਿਖ ਰਹੇ ਹੋ ਉਹਨੂੰ ਕਵਰ ਕਰ ਦੇ You see, the opening determines why people should listen to you. ਕਿਉਂਕਿ ਜੋ ਸ਼ੁਰੂਆਤ ਹੈ ਉਹੀ ਤੈਅ ਕਰਦੀ ਹੈ ਉਹ ਨਿਰਧਾਰਿਤ ਕਰਦੀ ਹੈ ਕਿ ਲੋਕੀ ਤੁਹਾਡੇ ਉਪਦੇਸ਼ ਨੂੰ ਕਿਉਂ ਸੁਣਨ ਕਿਉਂ ਬੈਠ ਕੇ ਸੁਣਨ So the first thing in the opening is you need to have a title for your sermon. People who don't have a title for their sermon, most of the time their sermons are not very clear. ਤਾਂ ਕਰਕੇ ਜ਼ਰੂਰੀ ਹੈ ਕਿਉਂਕਿ ਜੋ ਤੁਹਾਡੀ ਓਪਨਿੰਗ ਹੋਏਗੀ ਜਿਵੇਂ ਤੁਸੀਂ ਉੱਥੇ ਜਾ ਕੇ ਖੜੇ ਹੋਗੇ ਤੇ ਓਪਨਿੰਗ ਸ਼ੁਰੂਆਤ ਹੋਏਗੀ ਜੋ ਤੁਹਾਡਾ ਟਾਈਟਲ ਹੋਏਗਾ ਉਹ ਨਿਰਧਾਰਿਤ ਕਰਦਾ ਹੈ ਕਿ ਉਹ ਲੋਕਾਂ ਨੂੰ ਸੁਣਨ ਦੇ ਲਈ ਉਹਨਾਂ ਨੂੰ ਕਿੱਦਾਂ ਦਾ ਟਾਈਟਲ ਹੋਏਗਾ ਤਾਂ ਕਰਕੇ ਜਦ ਤੁਸੀਂ ਆਪਣਾ ਟਾਈਟਲ ਚੂਜ਼ ਕਰਦੇ ਹੋ ਤੇ ਬੜੇ ਧਿਆਨ ਨਾਲ ਚੂਜ਼ ਕਰਨਾ ਹੈ ਤੇ ਦੂਸਰੀ ਗੱਲ ਬ੍ਰਦਰ ਨੇ ਸਮਝਾਈ ਕਿ ਕਈ ਵਾਰੀ ਕਿਸੇ ਪ੍ਰਚਾਰ ਦਾ ਉਪਦੇਸ਼ ਦਾ ਟੌਪਿਕ ਹੀ ਟਾਈਟਲ ਹੀ ਨਹੀਂ ਹੁੰਦਾ ਤੇ ਉਹ ਫਿਰ ਇੰਟਰਸਟ ਨੂੰ ਕੈਪਚਰ ਨਹੀਂ ਕਰਦਾ A lot of the times people will remember the title of the sermons. ਕਿੰਨੀ ਵਾਰੀ ਐਵੇਂ ਹੁੰਦਾ ਹੈ ਕਿ ਜੋ ਸੁਣਨ ਵਾਲੇ ਉਹਨਾਂ ਨੂੰ ਸਿਰਫ ਟਾਈਟਲ ਜੋ ਉੱਪਰ ਲਿਖਿਆ ਜਾਂਦਾ ਸਿਰਫ ਉਹੀ ਯਾਦ ਰਹਿ ਜਾਂਦਾ ਹੈ And the title will bring to memory the entire sermon. ਤੇ ਇਦਾਂ ਹੁੰਦਾ ਹੈ ਕਿ ਜੇ ਆਪਾਂ ਨੂੰ ਟਾਈਟਲ ਯਾਦ ਰਹਿ ਜਾਂਦਾ ਹੈ ਤੇ ਫਿਰ ਜੋ ਬਾਕੀ ਜੋ ਆਪਾਂ ਪ੍ਰਚਾਰ ਸੁਣਿਆ ਹੁੰਦਾ ਜੋ ਉਪਦੇਸ਼ ਸੁਣਿਆ ਹੁੰਦਾ ਹੈ ਉਹ ਆਪਣੇ ਆਪ ਯਾਦ ਆ ਜਾਂਦਾ Have you ever watched a film without a name? ਕੀ ਤੁਸੀਂ ਕੋਈ ਮੂਵੀ ਦੇਖੀ ਹੈ ਬਿਨਾਂ ਨਾਮ ਜਾਣੇ Have you ever watched a drama without a name? ਤੇ ਕਦੇ ਕੋਈ ਡਰਾਮਾ ਦੇਖਿਆ ਬਿਨਾਂ ਜਾਣੇ ਉਹਦਾ ਨਾਮ ਬਿਨਾਂ ਜਾਣੇ ਉਹਦਾ ਟਾਈਟਲ ਬਿਨਾਂ ਜਾਣੇ No, if I say a title of a movie, you will remember that movie straight away. Let me think. Kabhi Khushi Kabhi Gham. ਉਹਨਾਂ ਨੇ ਮੂਵੀ ਦਾ ਨਾਮ ਲਿਆ ਤੇ ਫਟਾਫਟ ਯਾਦ ਆ ਗਿਆ No, everything comes back to you, right? Yes. Okay, let me say another one. Jo Jeeta Wahi Sikandar. ਤੇ ਜਿੱਦਾਂ ਇਹ ਵਾਲੀ ਮੂਵੀ ਹੈ ਜੋ ਜੀਤਾ ਵਹੀ ਸਿਕੰਦਰ It's my favorite movie. Okay. Let's say Sholay, ਸ਼ੋਲੇ ਜਿੱਦਾਂ ਇੱਕ ਮੂਵੀ Or let me talk about Jurassic Park. Everything comes back to your mind because the titles are there. This title is very strong. When you get a good title, don't just describe your sermon in a title. Title is something that will engage people's interest. Okay, yeah, I wanna listen. Talk to me about it. I wanna listen about that title. ਜਦ ਵੀ ਤੁਸੀਂ ਟਾਈਟਲ ਜੋ ਇੱਕ ਸ਼ੁਰੂਆਤ ਦੇ ਵਿੱਚ ਲਿਖਦੇ ਹੋ ਤੇ ਹਮੇਸ਼ਾ ਹੋਏ ਕਿ ਉਹ ਬਹੁਤ ਸਟਰੋਂਗ ਹੋਏ ਕਿਉਂਕਿ ਉਹੀ ਜੋ ਟਾਈਟਲ ਹੋਏਗਾ ਉਹੀ ਸ਼ੁਰੂਆਤ ਦੇ ਵਿੱਚ ਜੋ ਸੁਣਨ ਵਾਲੇ ਹੈ ਉਹਨਾਂ ਦਾ ਜੋ ਧਿਆਨ ਹੈ ਉਹਨੂੰ ਆਕਰਸ਼ਿਤ ਕਰੇਗਾ ਤੇ ਉਹ ਆਪਣੇ ਆਪ ਸੋਚਣਗੇ ਕਿ ਹਾਂ ਕਿ ਜੇ ਟੌਪਿਕ ਇੰਨਾ ਇੰਟਰਸਟਿੰਗ ਹੈ ਜੇ ਟਾਈਟਲ ਇੰਨਾ ਇੰਟਰਸਟਿੰਗ ਹੈ ਕਿ ਤੇ ਹਾਂ ਮੈਨੂੰ ਸੁਣਨਾ ਚਾਹਾਂਗਾ ਚਲੋ ਦੇਖਦੇ ਹਾਂ ਬੈਠ ਕੇ ਕਿ ਇਹਦੇ ਬਾਰੇ ਕੀ ਬੋਲਿਆ ਜਾਂਦਾ And then the title, while you're explaining the title, you need to engage people in their interest, why they should be listening to you. ਜਦ ਤੁਸੀਂ ਟਾਈਟਲ ਆਪਣਾ ਨਿਰਧਾਰਿਤ ਕਰ ਲੈਂਦੇ ਹੋ ਦੇਖ ਲੈਂਦੇ ਹੋ ਤੇ ਉਦੋਂ ਤੁਸੀਂ ਇਸ ਚੀਜ਼ ਨੂੰ ਧਿਆਨ ਰੱਖਣਾ ਹੈ ਕਿ ਉਹ ਜੋ ਲੋਕੀ ਜੋ ਸੁਣਦੇ ਹੈ ਉਹਨਾਂ ਨੂੰ ਇੰਟਰਸਟ ਉਹਨਾਂ ਦਾ ਬਣਾ ਕੇ ਰੱਖੇ ਐਵੇਂ ਨਾ ਹੋਏ ਕਿ ਉਹਨਾਂ ਦਾ ਤੁਸੀਂ ਨੋਟ ਕਰਦੇ ਰਹਿਣਾ ਕਿ ਉਹਨਾਂ ਦਾ ਇੰਟਰਸਟ ਤੇ ਨਹੀਂ ਲੂਜ਼ ਹੋ ਰਿਹਾ ਤੇ ਉਹਨਾਂ ਨੂੰ ਐਂਗੇਜ ਰੱਖਣਾ ਹੈ ਉਸ ਇੰਟਰਸਟ And then part of your opening, you need to captivate their minds. You need to make sure, you see, in sermon
people's minds are very important. If you are going to talk about an information which is not relevant to them, they are not going to listen to you. ਤੇ ਤੀਸਰਾ ਜੋ ਆਪਾਂ ਸਕਰੀਨ ਦੇ ਉੱਪਰ ਦੇਖਦੇ ਹਾਂ ਕਿ ਜੋ ਓਪਨਿੰਗ ਹੈ ਉਹਦੇ ਚ ਟਾਈਟਲ, ਫਿਰ ਉਹਨਾਂ ਦਾ ਇੰਟਰਸਟ ਇੰਗੇਜ ਕਰਕੇ ਰੱਖਣਾ, ਤੇ ਤੀਸਰੀ ਚੀਜ਼ ਹੈ ਜੋ ਓਕੇ ਉਹਨਾਂ ਨੂੰ ਕੈਪਟੀਵੇਟ, ਉਹਨਾਂ ਨੂੰ ਇੱਕ ਤਰ੍ਹਾਂ ਫਿਜ਼ੀਕਲੀ ਨਹੀਂ ਬਟ ਉਹਨਾਂ ਨੂੰ ਸਪੀਡ ਦੇ ਵਿੱਚ ਉਹਨਾਂ ਨੂੰ ਫੜ ਕੇ ਰੱਖਣਾ, ਕਿ ਕਿਉਂਕਿ ਕਈ ਵਾਰੀ ਜੋ ਸੁਣਨ ਵਾਲੇ ਹੈ ਜੇ ਉਹ ਆਪਣਾ ਇੰਟਰਸਟ ਲੂਜ਼ ਕਰ ਦਿੰਦੇ ਤੇ ਫਿਰ ਕਹਿ ਲਓ ਕਿ ਉੱਠ ਕੇ ਚਲੇ ਜਾਂਦੇ, ਇੱਕ ਤਰ੍ਹਾਂ ਉਹ ਵਿੱਚੇ ਛੱਡ ਕੇ ਜਾ ਸਕਦੇ ਹੈ। Well, maybe they are there, but their minds are already gone home. ਤੇ ਉਹ ਫਿਜ਼ੀਕਲੀ ਉੱਥੇ ਕਈ ਵਾਰੀ ਬੈਠੇ ਹੁੰਦੇ ਆ ਪਰ ਮਾਈਂਡ ਉਹਨਾਂ ਦੇ ਕਿੱਥੇ ਹੋਰ ਚਲੇ ਜਾਂਦੇ ਆ, ਉਹਨਾਂ ਨੂੰ ਇੰਟਰਸਟਿੰਗ ਨਹੀਂ ਲੱਗਦਾ। Okay, then the next part is your main message. Your main message. What are you explaining and why it is important? You need to put your message, your main message, like this. Why it is important. What are you explaining and why it is important for people's life? Every point that you make, you need to apply that into people's life. ਤੇ ਦੂਸਰਾ ਓਪਨਿੰਗ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਮੇਨ ਮੈਸੇਜ, ਦੂਸਰਾ ਪਾਰਟ ਕੀ ਹੁੰਦਾ ਹੈ ਉਸ ਹਾਫ ਪੇਜ ਤੋਂ ਬਾਅਦ ਜੋ ਪਾਰਟ ਸ਼ੁਰੂ ਹੁੰਦਾ ਉਹ ਮੇਨ ਮੈਸੇਜ, ਜਿਸ ਤੇ ਆਪਾਂ ਨੂੰ ਦੇਖਣਾ ਹੈ ਕਿ ਕਿਉਂ ਜ਼ਰੂਰੀ ਹੈ ਉਹਨੂੰ ਐਕਸਪਲੇਨ ਕਰਨਾ, ਕਿ ਉਹਨੂੰ ਐਕਸਪਲੇਨ ਕਰਨਾ, ਤੁਸੀਂ ਉਹਦੇ ਬਾਰੇ ਕਿਉਂ ਦੱਸਣਾ ਚਾਹੁੰਦੇ ਹੋ, ਉਹ ਕਿਉਂ ਇੰਪੋਰਟੈਂਟ ਲੱਗਿਆ ਤੁਹਾਨੂੰ, ਤੇ ਪੁਆਇੰਟ ਇਸ ਪੁਆਇੰਟ ਨੂੰ ਕਲੀਅਰ ਕਰਨਾ ਜ਼ਰੂਰੀ ਹੈ। So that main message, when you're writing main part of your sermon, you need to write it in a style of these 3 points, which is point, evidence, and explanation. You can write in your notebooks PEE, point, evidence, and explanation. ਜਦ ਤੁਸੀਂ ਉਹਨੂੰ ਲਿਖਦੇ ਹੋ ਆਪਣੇ ਉਪਦੇਸ਼ ਨੂੰ, ਤੇ ਇਹਨਾਂ 3 ਪੁਆਇੰਟਸ ਨੂੰ ਤੁਸੀਂ PEE ਕਰਕੇ ਲਿਖ ਸਕਦੇ ਸ਼ਾਰਟ 'ਚ, ਕਿ ਪੁਆਇੰਟ ਬਹੁਤ ਇੰਪੋਰਟੈਂਟ ਹੈ, ਤੇ ਐਵੀਡੈਂਸ ਕਿ, ਤੇ ਤੀਸਰਾ ਕਿ ਐਕਸਪਲੇਨੇਸ਼ਨ, ਕਿ ਉਹਨੂੰ ਤੁਸੀਂ ਕਿੱਦਾਂ ਉਹਨੂੰ ਅੱਗੇ ਐਕਸਪਲੇਨ ਕਰੋਗੇ ਆਪਣੇ ਪੁਆਇੰਟਸ ਨੂੰ, ਆਪਣਾ ਜੋ ਮੁੱਦਾ ਤੁਸੀਂ ਰੱਖ ਰਹੇ ਹੋ ਜਾਂ ਫਿਰ ਕੁਝ ਵੀ, ਉਹਨੂੰ ਕਿਸ ਤਰ੍ਹਾਂ ਪ੍ਰੂਵ ਕਰੋਗੇ ਤੇ ਕਿਸ ਤਰ੍ਹਾਂ ਉਹਨੂੰ ਐਕਸਪਲੇਨ ਕਰੋਗੇ। Okay, so let me give an example of a point. So let's say I want to talk about part of my message. I want to talk about God's love for the world. That's my point. Okay, I want to talk about today. I want to tell you that God loves you, God cares about you, and He loves you very much. That's my point. ਇੱਕ ਮੈਂ ਉਦਾਹਰਨ ਦੇਣਾ, ਮੰਨ ਲਓ ਕਿ ਮੇਰਾ ਮੈਸੇਜ ਹੈ ਤੇ ਮੈਂ ਉਸ 'ਚ ਪਰਮੇਸ਼ਰ ਦੇ ਪ੍ਰੇਮ ਬਾਰੇ, ਕਿ ਪਰਮੇਸ਼ਰ ਨੇ ਜਗਤ ਦੇ ਨਾਲ कैसा प्रेम किया, मेरा पॉइंट वो है, तो ਉਹਦੇ ਚ ਮੈਂ ਐਕਸਪਲੇਨ ਕਰ ਸਕਦਾ, ਬੋਲਾਂਗਾ ਕਿ ਪਰਮੇਸ਼ਰ ਕਿੰਨੀ ਆਪਣੀ ਕੇਅਰ ਕਰਦਾ ਹੈ ਤੇ ਉਹ ਆਪਣੇ ਨਾਲ ਕਿੰਨਾ ਪ੍ਰੇਮ ਰੱਖਦਾ ਹੈ। ਮੰਨ ਲਓ ਕਿ ਇਹ ਮੇਰਾ ਪੁਆਇੰਟ ਹੈ, ਇਹ ਪੁਆਇੰਟ ਹੋ ਗਿਆ। Yeah, exactly. And then I need to give evidence for that point. और दूसरा क्या कि मैं पहला पॉइंट दे ਦਿੱਤਾ ਕਿ ਪਰਮੇਸ਼ਰ ਦਾ ਜਗਤ ਦੇ ਲਈ ਪ੍ਰੇਮ, ਉਹ ਆਪਣੀ ਕੇਅਰ ਕਰਦਾ ਹੈ, ਪਰਵਾਹ ਕਰਦਾ ਹੈ, ਤੇ ਦੂਸਰਾ ਹੁਣ ਉਹਦੇ ਲਈ ਮੈਨੂੰ ਐਵੀਡੈਂਸ, ਮੈਨੂੰ ਪੁਖਤ ਕਹਿ ਦੋ ਕਿ ਸਬੂਤ, ਜਾਂ ਉਹ ਮੇਰੇ ਪੁਖਤਾ ਸਬੂਤ ਦੇਣੇ ਪੈਣੇ ਜਿਹੜਾ ਇਸ ਪੁਆਇੰਟ ਨੂੰ ਪ੍ਰੂਫ ਕਰ ਸਕਣ। So that evidence needs to come from the Bible, from the scripture. ਤੇ ਇਹਦੇ ਲਈ ਜੋ ਮੈਂ ਆਪਣਾ ਪੁਆਇੰਟ ਰੱਖਿਆ, ਉਹਦੇ ਲਈ ਮੈਂ ਜੋ ਪੁਖਤਾ ਸਬੂਤ, ਜੋ ਉਹਨੂੰ ਗੱਲ ਨੂੰ ਪ੍ਰੂਫ ਕਰਨ ਦੇ ਲਈ ਜੋ ਐਵੀਡੈਂਸ ਹੋਏਗਾ, ਉਹ ਮੈਨੂੰ ਜ਼ਰੂਰੀ ਹੈ ਕਿ ਮੈਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਲਵਾਂ। Then I will go to John chapter 3 and verse 16, and I will read, "For God so loved the world, He gave His only Son, one and only Son, so that everyone who believes in Him will not perish but have eternal life." ਇਸ ਪੁਆਇੰਟ ਨੂੰ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਪ੍ਰੇਮ ਰੱਖਿਆ, ਉਹਨੂੰ ਪੁਖਤਾ ਕਰਨ ਦੇ ਲਈ ਉਹਨੂੰ ਸਬੂਤ ਮੈਂ ਦੇਣਾ ਕਿ ਮੈਂ ਯੂਹੰਨਾ ਦੀ ਕਿਤਾਬ ਦੇ ਵਿੱਚ ਗਿਆ, ਉਹਦਾ ਮੈਂ 3 ਅਧਿਆਇ 16 ਵਰਸ ਪੜਿਆ, ਜਿਹਦੇ ਚ ਲਿਖਿਆ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਐਸਾ ਪ੍ਰੇਮ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਲੀਦਾਨ ਕੀਤਾ, ਕਿ ਜੋ ਕੋਈ ਉਸ ਤੇ ਵਿਸ਼ਵਾਸ ਕਰੇ ਉਹ ਪੈਰਿਸ਼ ਨਾ ਹੋਏ, ਉਹ ਨਸ਼ਟ ਨਾ ਹੋਏ, ਬਲਕਿ ਅਨੰਤ ਜੀਵਨ ਪ੍ਰਾਪਤ ਕਰੇ। So point, evidence, and then I will come to the third point, which is explanation. You see, God really loves you. He cares about you. I'm telling you, the word of God says, it proves, this is the evidence. Today you can put your trust in God. Today you can acknowledge Jesus Christ as your Lord and Savior. Don't worry about things in life, because God the Father is going to take care of you. Point, evidence,
and explanation. ਹੁਣ ਆਪਾਂ ਇੱਥੇ ਦੇਖਦੇ ਹਾਂ ਕਿ ਪਹਿਲਾ ਪੁਆਇੰਟ ਉਹਨਾਂ ਨੇ ਲਿਆ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਪ੍ਰੇਮ ਕੀਤਾ। ਫਿਰ ਆਪਾਂ ਦੂਸਰਾ ਦੇਖਿਆ, ਦੂਸਰਾ ਪੁਆਇੰਟ ਕਿ ਐਵੀਡੈਂਸ, ਉਹਨੂੰ ਆਪਾਂ ਬਾਈਬਲ ਦੇ ਵਿੱਚੋਂ ਪ੍ਰੂਫ ਕੀਤਾ, ਪਰਮੇਸ਼ਰ ਦੇ ਵਚਨ ਦੇ ਵਿੱਚੋਂ, ਯੋਹੰਨਾ 3:16 ਜਿਹਦੇ ਚ ਲਿਖਿਆ, ਆਪਾਂ ਐਵੀਡੈਂਸ ਦਿੱਤਾ, ਉਹਨੂੰ ਪ੍ਰੂਫ ਕੀਤਾ। ਫਿਰ ਤੀਸਰੇ ਚ ਬ੍ਰਦਰ ਕਹਿ ਰਹੇ ਕਿ ਆਪਾਂ ਉਹਨੂੰ ਐਕਸਪਲੇਨ ਕਰਨਾ ਹੈ ਕਿ ਤੁਹਾਡਾ ਪੁਆਇੰਟ ਤੇ ਤੁਹਾਡਾ ਜੋ ਐਵੀਡੈਂਸ ਹੈ, ਕਿ ਹੁਣ ਮੈਂ ਤੁਹਾਨੂੰ ਦਿਖਾ ਚੁੱਕਿਆ ਕਿ ਪਰਮੇਸ਼ਰ ਨੇ ਆਪਣੇ ਵਚਨ ਚ ਕਿਹਾ ਕਿ ਮੈਂ ਜਗਤ ਦੇ ਨਾਲ ਪ੍ਰੇਮ ਰੱਖਦਾ, ਤੇ ਹੁਣ ਆਪਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਪਰਮੇਸ਼ਰ ਨੇ ਆਪਣੇ ਨਾਲ ਵਾਅਦਾ ਕੀਤਾ ਹੈ, ਤੇ ਕਿ ਉਹਨੂੰ ਐਕਸਪਲੇਨ ਕਰਨਾ, ਪੁਆਇੰਟ ਨੂੰ, ਫਿਰ ਉਹਦੇ ਐਵੀਡੈਂਸ ਨੂੰ ਤੇ ਐਕਸਪਲੇਨੇਸ਼ਨ, ਜਿਹਦਾ ਬ੍ਰਦਰ ਨੇ ਆਪਾਂ ਨੂੰ ਦੱਸਿਆ। So this is the way I write my sermons. You know, when I talk about, firstly, I have my opening, I have my title, you know, why should people engage? I engage them, I take their interest, I captivate them. Then I talk about the main message in this style of point, evidence and explanation. ਤੇ ਇਹ ਮੇਰਾ ਪਰਸਨਲ ਤਰੀਕਾ ਹੈਗਾ, ਜਿੱਦਾਂ ਮੈਂ ਉਪਦੇਸ਼ ਲਿਖਦਾ ਕਿ ਪਹਿਲਾਂ ਮੈਂ ਇੱਕ ਓਪਨਿੰਗ, ਇੱਕ ਸ਼ੁਰੂਆਤ ਕਰਨ ਦੇ ਲਈ ਇੱਕ ਬੜਾ ਇੰਟਰਸਟਿੰਗ ਕੋਈ ਪਰਮੇਸ਼ਰ ਦੁਆਰਾ ਦਿੱਤਾ ਗਿਆ ਟਾਈਟਲ, ਜਿਹਨੂੰ ਕਹਿੰਦੇ ਆ ਕਿ ਜੋ ਉੱਪਰ ਲਿਖਿਆ ਜਾਏਗਾ। ਫਿਰ ਮੈਂ ਦੂਸਰੇ ਪੁਆਇੰਟ ਨੂੰ ਉਹਦੇ ਚ ਐਡ ਕਰਦਾ ਕਿ ਉਹਨੂੰ ਲੋਕਾਂ ਦਾ ਇੰਟਰਸਟ ਬਣਾ ਕੇ ਰੱਖਣਾ, ਉਹਨਾਂ ਨੂੰ ਬਣਾਏ ਰੱਖਣਾ, ਲਗਾਤਾਰ ਕੈਪਟੀਵੇਟ ਕਰਕੇ ਰੱਖਣਾ ਉਹਨਾਂ ਨੂੰ ਵੀ। ਤੇ ਫਿਰ ਇਸ ਚੀਜ਼ ਨੂੰ ਕਿ ਮੈਂ ਜਦੋਂ ਮੇਨ ਮੈਸੇਜ ਸਟਾਰਟ ਹੁੰਦਾ ਹੈ, ਉਹਦੇ ਚ ਇੱਕ ਪੁਆਇੰਟ ਬਾਈ ਪੁਆਇੰਟ, ਜਿਵੇਂ ਆਪਾਂ ਲਿਖਿਆ ਤੇ ਕਿ ਪੁਆਇੰਟ ਪਹਿਲੇ ਨੰਬਰ ਤੇ, ਫਿਰ ਉਹਨੂੰ ਮੈਂ ਪ੍ਰੂਫ ਕਰਦਾ ਸਕ੍ਰਿਪਚਰ ਦੇ ਵਿੱਚੋਂ, ਕੁਝ ਵਰਸਿਸ ਦੇ ਵਿੱਚੋਂ, ਤੇ ਉਸ ਤੋਂ ਬਾਅਦ ਉਹਨੂੰ ਐਕਸਪਲੇਨੇਸ਼ਨ। ਇਹ ਮੇਰਾ ਪਰਸਨਲ ਤਰੀਕਾ ਹੈ। And with that, to make the message more interesting, to include, these are the things that you should include to build the climax. You know, when people are really interesting, okay, he's making that point, and then you talk about a story, you bring a testimony, a life story, example, analogies, or prophetic elements. These three things which are on the slide, these are the things you can include sometimes. In this point, maybe you will include analogies. You know, let's say, you know, we're talking about this point about God so loving the world. I will give you an analogy from my own life. You can talk about your testimony that God has saved me. I feel his love in my life. ਫਿਰ ਆਪਾਂ ਜਦ ਆਪਾਂ ਮੇਨ ਮੈਸੇਜ ਨੂੰ ਐਕਸਪਲੇਨ ਕਰਦੇ ਕਰਦੇ ਉਸ ਐਂਡ ਤੱਕ ਆਵਾਂਗੇ, ਉਸ ਕਲਾਈਮੈਕਸ ਤੱਕ ਆਵਾਂਗੇ, ਜੋ ਆਪਣੇ ਉਪਦੇਸ਼ ਦਾ ਕਿ ਆਪਾਂ ਉਹਨੂੰ ਖਤਮ ਕਰਨ ਤੇ ਆਵਾਂਗੇ। ਤੇ ਉਹਦੇ ਵਿੱਚ ਉਸ ਦੌਰਾਨ ਆਪਾਂ ਐਗਜ਼ਾਮਪਲਸ ਵੀ, ਬ੍ਰਦਰ ਨੇ ਜਿਵੇਂ ਆਪਣੀ ਪਰਸਨਲ ਲਾਈਫ ਦੇ ਵਿੱਚ ਦੱਸਿਆ ਕਿ ਉਹਨਾਂ ਨੇ ਐਗਜ਼ਾਮਪਲਸ ਐਡ ਕੀਤੇ, ਉਹਨਾਂ ਨੇ ਆਪਣੀ ਗਵਾਹੀ ਉਸ ਸਮੇਂ ਐਡ ਕੀਤੀ, ਜਦੋਂ ਉਹਨਾਂ ਨੇ ਦੱਸਿਆ ਕਿ ਬਾਈਬਲ ਨੇ ਕਿਹਾ ਕਿ ਪਰਮੇਸ਼ਰ ਨੇ ਆਪਣੇ ਨਾਲ ਪ੍ਰੇਮ ਕੀਤਾ, ਤੇ ਮੈਂ ਉਸ ਪਰਸਨਲੀ ਉਸ ਪ੍ਰੇਮ ਨੂੰ, ਪਰਮੇਸ਼ਰ ਦੇ ਪ੍ਰੇਮ ਨੂੰ ਆਪਣੀ ਜ਼ਿੰਦਗੀ 'ਚ ਇੰਨੇ ਸਮੇਂ ਤੇ ਮੈਂ ਉਹਨੂੰ ਫੀਲ ਕੀਤਾ, ਮਹਿਸੂਸ ਕੀਤਾ। ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਮੇਰੀ ਜ਼ਿੰਦਗੀ 'ਚ ਇਹ ਬਦਲਾਵ ਆਏ। ਤੇ ਉਹਦੇ ਵਿੱਚ ਆਪਾਂ ਟੈਸਟੀਮਨੀਜ਼, ਆਪਣੇ ਐਗਜ਼ਾਮਪਲਸ, ਆਪਣੀ ਕੋਈ ਵੀ ਜੀਵਨ ਕਹਾਣੀ ਆਪਾਂ ਉਹਦੇ 'ਚ ਐਡ ਕਰ ਸਕਦੇ ਹਾਂ ਕਲਾਈਮੈਕਸ ਤੱਕ ਆਉਂਦੇ ਹੁੰਦੇ। Yeah, as part of building the interest of people, you can also include something prophetic. Maybe you saw a dream, maybe you saw a vision, and that vision or a dream goes with your sermon or with that point. You can include that. ਇਹਦੇ ਨਾਲ ਇਹਨੂੰ ਹੋਰ ਵੀ ਇੰਟਰਸਟਿੰਗ ਬਣਾਉਣ ਦੇ ਲਈ, ਤੇ ਜੋ ਸੁਣਨ ਵਾਲੇ ਆ ਉਹਨਾਂ ਦਾ ਧਿਆਨ, ਹੋਰ ਉਹਨਾਂ ਨੂੰ ਇੰਟਰਸਟ ਉਹਨਾਂ ਦਾ ਵਧਾਉਣ ਦੇ ਲਈ, ਤੁਸੀਂ ਇਹਦੇ ਵਿੱਚ ਆਪਣੀ ਗਵਾਹੀ, ਜਾਂ ਫਿਰ ਗਵਾਹੀ ਦੇ ਬਜਾਏ ਤੁਸੀਂ ਪ੍ਰੋਫੈਟਿਕ ਐਲੀਮੈਂਟਸ ਇੱਥੇ ਲਿਖਿਆ ਕਿ ਜੋ ਭਵਿੱਖਬਾਣੀ ਦੇ ਕੁਝ ਜੋ ਤੁਸੀਂ ਰਿਸੀਵ ਕੀਤੀਆਂ ਪਰਸਨਲੀ, ਜਾਂ ਫਿਰ ਤੁਹਾਡੀ ਜ਼ਿੰਦਗੀ ਦੇ ਉੱਪਰ ਕਿ ਮੇਰੇ ਨਾਲ ਏਦਾਂ ਹੋਇਆ, ਉਹਨਾਂ ਸਭ ਚੀਜ਼ਾਂ ਨੂੰ ਤੁਸੀਂ ਐਡ ਕਰ ਸਕਦੇ ਹੋ। ਵਿਜ਼ਨਸ ਹੋ ਗਏ, ਡ੍ਰੀਮਸ ਹੋ ਗਏ, ਕੁਝ ਐਡ ਕਰ ਸਕਦੇ ਹੋ, ਜਾਂ ਫਿਰ ਪ੍ਰੋਫੈਟਿਕ ਐਲੀਮੈਂਟਸ ਜੋ ਭਵਿੱਖਬਾਣੀ। Yes, and it's very important that when you're explaining things to people, that you include examples. Like, for example, today I included the example of different cars, I included the example of mobile phone, you know. So you bring examples that are going to speak to people. You bring those examples as part of your explanation of the word of God. ਇਸੇ ਦੌਰਾਨ ਇਸ ਮੇਨ ਮੈਸੇਜ ਦੇ ਤੇ ਕਲਾਈਮੈਕਸ ਦੇ ਵਿੱਚ, ਇਹਦੇ ਦੌਰਾਨ ਤੁਸੀਂ ਉਹਦੇ ਵਿੱਚ ਐਡ ਕਰ ਸਕਦੇ ਹੋ ਕਿ ਜੋ ਆਪਣੀ ਸਰਾਊਂਡਿੰਗਸ ਦੇ ਵਿੱਚ ਜੋ ਸਿੰਪਲ ਚੀਜ਼ਾਂ, ਜਿਵੇਂ ਕਿ ਬ੍ਰਦਰ ਨੇ ਸ਼ੁਰੂਆਤ ਦੇ ਵਿੱਚ ਜਦੋਂ ਮੈਸੇਜ ਸ਼ੁਰੂ ਹੋਇਆ ਤੇ ਉਹਨਾਂ ਨੇ ਫੋਨ ਦੇ ਐਗਜ਼ਾਮਪਲ, ਕਾਰਾਂ ਦੇ ਐਗਜ਼ਾਮਪਲ, ਕਿ ਬਹੁਤ ਤਰੀਕੇ ਦੀ ਕਾਰਾਂ ਨੇ ਸਭ ਯੂਜ਼ ਕੀਤਾ। ਤੇ ਉਦਾਂ ਹੀ ਤੁਸੀਂ ਵੀ ਆਡੀਅנס ਜੋ ਸੁਣਨ ਵਾਲੇ ਹੈ, ਉਹਨਾਂ ਦਾ ਧਿਆਨ ਬਣਾਉਣ ਦੇ ਲਈ ਤੁਸੀਂ ਜੋ ਸਰਾਊਂਡਿੰਗਸ ਦੀ ਚੀਜ਼ਾਂ ਨੇ, ਜੋ
ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਐਜ਼ ਐਨ ਐਗਜ਼ਾਮਪਲ I gave an example of the titles of the films, and everybody enjoyed that example because it is relevant to you. You know what I'm talking about. So that is what is called giving an example or giving an analogy to make your point. ਤੇ ਜਦੋਂ ਬ੍ਰਦਰ ਆਪਾਂ ਨੂੰ ਸਮਝਾ ਰਹੇ ਸੀਗੇ ਕਿ ਟਾਈਟਲ ਦੇ ਬਾਰੇ ਤੇ ਉਹਨਾਂ ਨੇ ਸਮਝਾਉਣ ਦੇ ਦੌਰਾਨ ਹੀ ਉਸ ਐਗਜ਼ਾਮਪਲ ਨੂੰ ਯੂਜ਼ ਕਰ ਦਿੱਤਾ ਕਿ ਟਾਈਟਲ ਕਿਉਂ ਇੰਪੋਰਟੈਂਟ ਹੈ ਉਹਨਾਂ ਨੇ ਫਟਾਫਟ ਮੂਵੀਜ਼ ਦੇ ਨਾਮ ਲਏ ਤੇ ਆਪਾਂ ਨੂੰ ਸਭ ਰਿਕੈਪ ਹੋ ਗਿਆ ਕਿ ਕਿਦਾਂ ਇੱਕ ਟਾਈਟਲ ਆਪਾਂ ਨੂੰ ਸਭ ਕੁਝ ਯਾਦ ਕਰਾ ਸਕਦਾ ਹੈ And in ending, that's the end part of your sermon. What you should do with this message. It's important to make the ending that what now? Okay, you preach a very good message. What is the purpose of this message? What is the life application of this message? What is the personal reflection of this message? What should people do with this message? Maybe at the end, you need to make a prayer call or a salvation call. ਤੇ ਫਿਰ ਉਸ ਤੋਂ ਅੱਗੇ ਬਾਤ ਹੁੰਦਾ ਕਿ ਜਦੋਂ ਇੱਕ ਮੈਸੇਜ ਐਂਡ ਉਹਦਾ ਐਂਡਿੰਗ ਹੈ ਤੇ ਐਂਡਿੰਗ ਦੇ ਵਿੱਚ ਤੁਸੀਂ ਕੀ ਕਰੋਗੇ ਕਿ ਹੋ ਸਕਦਾ ਕਿ ਤੁਸੀਂ ਲੋਕਾਂ ਨੂੰ ਇੱਕ ਪ੍ਰੇਅਰ ਦੇ ਲਈ ਉਹਨਾਂ ਨੂੰ ਬੁਲਾ ਸਕਦੇ ਹੋ ਇੱਕ ਸੈਲਵੇਸ਼ਨ ਕਾਲ ਦੇ ਸਕਦੇ ਹੋ ਕਿ ਐਂਡ ਚ ਕਿ ਜੋ ਕੋਈ ਇਹਨੂੰ ਫਸਟ ਟਾਈਮ ਜੋ ਪ੍ਰੇਅਰ ਰਿਸੀਵ ਕਰਨਾ ਚਾਹੁੰਦਾ ਹੈ ਜਾਂ ਫਿਰ ਜੋ ਉਦਾਰ ਦੀ ਪ੍ਰਾਰਥਨਾ ਕਰਨਾ ਚਾਹੁੰਦਾ ਹੈ ਜਾਂ ਫਿਰ ਕਿਦਾਂ ਨੇ ਕਿਦਾਂ ਕਰਕੇ ਆਡੀਅנס ਨੂੰ ਜੋ ਸੁਣਨ ਵਾਲੇ ਹੈ ਆਪਣੇ ਮਸੀਹ ਭੈਣ ਭਰਾ ਉਹਨਾਂ ਨੂੰ ਇਨਵੋਲਵ ਕਿਦਾਂ ਕਰੀਏ ਐਂਡ ਦੇ ਵਿੱਚ It's important when you're writing your sermon that you think about the ending because ending is important. All that effort, all that time that you put into preparation, people need to know. You need to have a response. You need to think from a point of view that I want people to respond to this message at the end. ਜਦ ਵੀ ਤੁਸੀਂ ਆਪਣਾ ਉਪਦੇਸ਼ ਤਿਆਰ ਕਰਦੇ ਹੋ ਤੇ ਉਹਦੀ ਐਂਡਿੰਗ ਦੇ ਬਾਰੇ ਪਹਿਲਾਂ ਹੀ ਤੁਸੀਂ ਨਿਰਧਾਰਿਤ ਕਰੋ ਤੇ ਜ਼ਰੂਰ ਸੋਚੋ ਇਹਦੇ ਬਾਰੇ ਕਿ ਇਹ ਐਂਡ ਕਿੱਦਾਂ ਕੀਤਾ ਜਾਏ ਮੈਂ ਇਹਦਾ ਐਂਡ ਕਿੱਦਾਂ ਕਰੂੰਗਾ ਕਿ Audience is okay. Congregation, ecclesia, सुनने वाले लोग ਸੁਣਨੇ ਵਾਲੇ ਜਿਹੜੇ ਲੋਕੀ ਹੈਗੇ ਆ ਉਹਨਾਂ ਦੇ ਉੱਤੇ ਕਿੱਦਾਂ ਪ੍ਰਭਾਵ ਪਾਏਗਾ ਕਿ ਉਹ ਕੁਝ ਆਪਣਾ ਕੁਝ ਕੋਈ ਰਿਐਕਸ਼ਨ ਉਹਨਾਂ ਦਾ ਜਾਣਨ ਦੇ ਲਈ ਤੁਸੀਂ ਆਪਾਂ ਨੂੰ ਜ਼ਰੂਰੀ ਦੇਖਣਾ ਕਿ ਐਂਡਿੰਗ ਬਸ ਇੰਪੋਰਟੈਂਟ ਹੈ ਕਿ ਉਹ ਇਨਵੋਲਵ ਹੋ ਰਹੇ ਜਾਂ ਨਹੀਂ Amen. Praise the Lord. I think I will stop here. I think we've covered a lot of things. We've covered about different titles, different types of the sermons, topical, thematic, all those different types. Then we talked about tips, about knowing your congregation, timekeeping, how much sermon you should write, how many scriptures you should include, and at the end we talked about how you should construct opening, main part, how the main part should be constructed, and then the ending. What now? What should people do with this sermon? ਇਤਿਹਾਸ ਬਹੁਤ ਕੁਝ ਸਿੱਖਿਆ ਕਿ ਉਪਦੇਸ਼ ਨੂੰ ਉਪਦੇਸ਼ ਹੁੰਦਾ ਕਿ ਉਹਨੂੰ ਬਣਾਇਆ ਕਿੱਦਾਂ ਜਾਏ ਕਿੰਨੇ ਪ੍ਰਕਾਰ ਦੇ ਉਪਦੇਸ਼ ਹੈਗੇ ਆ ਉਹਦਾ ਬਾਰੇ ਤੇ ਮੈਂ ਆਪਾਂ ਨੂੰ ਉਹਨਾਂ ਨੇ ਰੂਲਸ ਵੀ ਦੱਸੇ ਤੇ ਮੇਨ ਆਪਾਂ ਨੂੰ ਸਮਝਾਇਆ ਕਿ ਉਪਦੇਸ਼ ਨੂੰ ਤਿਆਰ ਕੀਤਾ ਜਾਏ ਕਿ ਓਪਨਿੰਗ ਜਿਹਦੇ ਵਿੱਚ ਆਪਾਂ ਟਾਈਟਲ ਦੇ ਬਾਰੇ ਪੜਿਆ ਫਿਰ ਮੇਨ ਮੈਸੇਜ ਨੂੰ ਕਿੱਦਾਂ ਤਿਆਰ ਕੀਤਾ ਜਾਏ ਪੁਆਇੰਟ ਐਵੀਡੈਂਸ ਤੇ ਐਕਸਪਲੇਨੇਸ਼ਨ ਫਿਰ ਆਪਾਂ ਕਲਾਈਮੈਕਸ ਤੇ ਐਂਡਿੰਗ ਦੇ ਬਾਰੇ ਵੀ ਦੇਖਿਆ ਤਾਂ ਕਿ ਆਪਾਂ ਜਾਣ ਸਕੀਏ ਕਿ ਜੋ ਤੁਸੀਂ ਇੰਨਾ ਪ੍ਰਪੇਅਰ ਕੀਤਾ ਇੰਨਾ ਮਿਹਨਤ ਕੀਤਾ ਉਹਦਾ ਇੱਕ ਤਰ੍ਹਾਂ ਕਹਿ ਦੋ ਕਿ ਉਹਦਾ ਰਿਜ਼ਲਟ ਉਹਨੂੰ ਤੁਸੀਂ ਜਾਣ ਸਕੋ ਕਿ ਉਹਦਾ ਕੀ ਪ੍ਰਭਾਵ ਪਿਆ ਲੋਕਾਂ ਤੇ Praise the Lord. I'm going to stop the recording at this moment and then I am going to discuss some questions and answers with you and also give you some homework. So thank you so much so far for all those who are watching and will be watching this in future. God bless you.